ਸਾਡੇ ਦਿਲਾਂ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਦੇ ਪਸ਼ੂ ਮਰ ਗਏ, ਹੋਰਾਂ ਨੂੰ ਤਾਂ ਮਜ਼ਾਕ ਲੱਗਦਾ, ਜਿਨ੍ਹਾਂ ਦੇ ਪਸ਼ੂ ਸਹੀ ਖੜੇ ਨੇ ਰੱਬ ਦੀ ਕਿਰਪਾ ਨਾਲ ਉਹਨਾਂ ਲਈ ਤਾਂ ਮਜ਼ਾਕ ਆ ਇਹ। ਬਿਲਕੁਲ ਖਤਮ ਆ ਸਾਡਾ, ਅਸੀਂ ਤਾਂ ਜਮਾ ਹੀ ਬੇਕਾਰ ਹੋ ਚੁੱਕੇ ਆ। ਕਮਾਈ ਸੀਗੀ, ਕਮਾਈ ਸਾਡੀ ਹੈਗੀ ਸੀ ਜੀ, ਇਹਨਾਂ ਤੇ ਵਧੀਆ ਸਾਡਾ ਗੁਜ਼ਾਰਾ ਚੱਲਦਾ ਸੀ। ਸਾਰੇ ਪਿੰਡ ਦੇ ਵਿੱਚ ਲਗਭਗ ਹੁਣ ਤੱਕ 80 ਲੱਖ ਦਾ ਨੁਕਸਾਨ ਹੋ ਗਿਆ ਹੋਊ। ਸਾਨੂੰ ਤਾਂ ਡਬਲ ਖਰਚਾ ਪੈ ਰਿਹਾ, ਇੱਕ ਤਾਂ ਸਾਡੇ ਪਸ਼ੂ ਮਰ ਕੇ ਸਾਨੂੰ ਇੱਕ ਹੋਰ ਲੈਣ ਨੂੰ ਹੋ ਗਏ। ਇੱਥੇ ਕਹਿ ਕੇ ਗੱਲ ਨਹੀਂ ਮੁੱਕ ਜਾਣੀ ਵੀ 4 ਪਸ਼ੂ ਡੈਡ ਹੋ ਗਏ, 10 ਐਨੀਮਲ ਤਾਂ 15 ਇਹੋ ਜਿਹੇ ਹੋ ਜਾਣੇ ਨੇ, ਕਿਸੇ ਦਾ ਥਣ ਟੁੱਟ ਜਾਣਾ, ਕਿਸੇ ਦੀ ਜੀਭ ਟੁੱਟ ਜਾਣੀ ਆ, ਕਿਸੇ ਦੇ ਪੈਰ ਟੁੱਟ ਜਾਣੇ। ਇਹ ਇੱਕ ਵਾਇਰਸ ਹੁੰਦਾ ਜਿਵੇਂ ਆਪਣੇ ਕਰੋਨਾ ਵਾਇਰਸ ਹੈ, ਇੱਦਾਂ ਜਿਹੜਾ FMD ਦਾ ਜਿਹੜਾ ਵਾਇਰਸ ਆ, ਇਹਦੇ 5 ਸਬ ਟਾਈਪ ਹੁੰਦੇ ਆ, AOC, ਏਸ਼ੀਆ 1 ਤੇ ਏਸ਼ੀਆ 2। 2.5-3 ਦਾ ਕੱਲ ਨੁਕਸਾਨ ਹੋ ਗਿਆ ਸਾਡਾ, 6 ਪਸ਼ੂ ਕੱਲ ਚਲੇ ਗਏ ਜੀ। ਦੱਸੋ ਅਸੀਂ ਹੁਣ ਕਰੀਏ ਕੀ? ਹੱਡਾ ਰੋਡ ਦੇ ਵਿੱਚ ਸਾਡੇ ਢੇਰ ਲੱਗੇ ਪਏ ਨੇ ਜੀ, ਬਿਮਾਰੀਆਂ ਹੋਰ ਵੀ ਬਹੁਤ ਫੈਲਣਗੀਆਂ। ਇਹੀ ਗੱਲ ਨਹੀਂ ਵੀ ਪਸ਼ੂ ਮਰਦੇ ਨੇ, ਇਹ ਨਹੀਂ ਪਤਾ ਬੰਦਿਆਂ ਨੂੰ ਵੀ ਕੀ ਨੁਕਸਾਨ ਕਰ ਦੇਵੇ। ਇਹ 7ਵੇਂ ਮਹੀਨਾ ਲੱਗੇ ਹੋਏ ਸੀ, ਗੱਭਣ ਪਸ਼ੂ ਸੀ, ਮਸਾਂ ਅਸੀਂ ਪਸ਼ੂਆਂ ਨੂੰ ਪਾਲਦੇ ਆ, ਮਸਾਂ ਅੱਜ ਤੱਕ ਇੱਥੇ ਤੱਕ ਆਏ ਸੀ ਵੀ ਸ਼ਾਇਦ ਸਾਡੇ ਘਰ ਦਾ ਹਾਲਤ ਬਦਲ ਜੂ, ਪਰ ਉਹਨਾਂ ਨੂੰ ਦੇਖ ਕੇ ਸਾਡੇ ਘਰ ਦੀ ਹਾਲਤ ਬਹੁਤ ਬੁਰੀ ਹਾਲ ਆ। ਬਾਕੀ ਸਾਰੇ ਪਸ਼ੂ ਸਾਡੇ ਉੱਦਾਂ ਹੀ ਡੰਖਰੇ ਨੇ, ਥਣਾ ਵਿੱਚੋਂ ਬਿਲਕੁਲ ਪਾਣੀ ਆ ਰਿਹਾ ਹੈ। ਪਸ਼ੂ ਨੇ ਨਾ ਸਿੱਟਣ ਨੂੰ ਜਗ੍ਹਾ ਨਹੀਂ ਸੀ, ਤੇ ਕੱਲ JCB ਮੰਗਾ ਕੇ ਟੋਏ ਪਟਾ ਕੇ ਪੰਚਾਇਤ ਵੱਲੋਂ ਪਸ਼ੂ ਜਿਹੜੇ ਪਹਿਲਾਂ ਪਏ ਸੀ ਉੱਥੇ ਦਵਾਏ ਗਏ ਨੇ। ਬੜੀ ਹੈਰਾਨੀ ਦੀ ਗੱਲ ਹੋਈ ਜਦੋਂ ਨਵੰਬਰ ਦੇ ਵਿੱਚ ਵੈਕਸੀਨ ਫੇਲ ਹੋ ਜਾਂਦੀ ਆ, ਉਸ ਤੋਂ ਬਾਅਦ ਹਾਲ ਤੱਕ ਲੱਗੀ ਹੋਈ ਨਹੀਂ। ਇਹਦੇ ਵਿੱਚ ਸਾਡਾ ਦੱਸੋ, ਸਾਡਾ ਕੀ ਫਾਲਟ ਹੈ? ਬਾਕੀ ਉਹ ਦੇਖ ਲਓ, ਉਹ ਗਊ ਦਾ ਹਾਲ ਦੇਖ ਲਓ, ਉਹਦੇ ਖੁਰ ਲੈਣ ਨੂੰ ਤਿਆਰ ਹੋਏ ਪਏ ਨੇ। ਸੱਚੀ ਨਾ ਲਗਾ ਇਸ ਪੰਜਾਬ ਦੇ ਨਾਲ। ਮੈਂ 2005 ਦੇ ਵਿੱਚ ਕੈਨੇਡਾ ਚਲਾ ਗਿਆ ਸੀਗਾ, ਮੈਂ ਐਜ਼ ਏ ਕਬੱਡੀ ਕਮੈਂਟੇਟਰ ਵਿਚਰਦਾ ਜੀ ਫੀਲਡ ਦੇ ਵਿੱਚ, ਪਰ ਮੈਨੂੰ ਬਹੁਤ ਸ਼ੌਕ ਸੀ ਇਸ ਚੀਜ਼ ਦਾ। ਮੈਨੂੰ ਲੱਗਦਾ ਇਹ ਸ਼ੌਕ ਮੈਨੂੰ ਬਹੁਤ ਮਹਿੰਗਾ ਪੈ ਗਿਆ। ਮੈਂ ਸਰਕਾਰ ਨੂੰ ਫਿਰ ਅਪੀਲ ਕਰਦਾ, ਸੋਚੋ ਕੁਛ ਪੰਜਾਬ ਬਾਰੇ। ਹਰ ਟਾਈਮ ਯਾਰ ਆਪਣੇ ਲਈ ਹੀ ਨਹੀਂ, ਹਰ ਟਾਈਮ ਦਫ਼ਤਰ ਦੇ ਵਿੱਚ ਬੈਠ ਕੇ ਕਲਮ ਹੀ ਨਹੀਂ। ਨੁਕਸਾਨ ਤਾਂ ਜੀ ਜਮਾ ਹੀ ਖਤਮ ਹੀ ਆ, ਅਸੀਂ ਬਿਲਕੁਲ ਕੋਈ ਹੈ ਹੀ ਨਹੀਂ, ਮਰੇ ਪਏ ਆ ਅਸੀਂ ਤਾਂ ਜਮਾ ਹੀ ਅੱਜ ਦੇ ਘੜੇ। ਅੱਜ ਪੰਜਾਬ ਦਾ ਕਿਸਾਨ ਬਦਨਾਮ ਹੋ ਰਿਹਾ ਕਿ ਉਹ ਗਲ 'ਚ ਰੱਸੇ ਪਾ ਕੇ ਮਰ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV। ਮੈਂ ਹਾਂ ਸੁਰਖਾਬ। ਲੁਧਿਆਣਾ ਜ਼ਿਲ੍ਹਾ ਦੇ ਪਿੰਡ ਬੇਰਕਲਾਂ ਵਿੱਚ ਖੜੇ ਹਾਂ। ਬੜੀ ਅਜੀਬ ਕਿਸਮ ਦੀ ਬਿਮਾਰੀ ਇੱਥੇ ਸਾਹਮਣੇ ਆਈ ਹੈ। ਘਟਨਾ ਘਟੀ ਹੈ ਕਿ ਲਗਾਤਾਰ ਪਿਛਲੇ 3 ਜਾਂ 4 ਦਿਨਾਂ ਤੋਂ ਪਸ਼ੂ ਆ ਜੋ ਪਿੰਡ ਵਿੱਚ ਮਰਦੇ ਨਜ਼ਰ ਆ ਰਹੇ ਨੇ। ਜੇਕਰ ਅਸੀਂ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਆ ਕਿ ਹੁਣ ਤੱਕ ਤਕਰੀਬਨ 100 ਪਸ਼ੂ ਮਰ ਚੁੱਕੇ ਨੇ, ਦੁਧਾਰੂ ਪਸ਼ੂ ਨੇ ਜੋ ਮਰ ਚੁੱਕੇ ਨੇ। ਕਿਉਂਕਿ ਇਸ ਪਿੰਡ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 3500 ਪਿੰਡ ਦੀ ਆਬਾਦੀ ਹੈ, ਤੇ ਇਸ ਪਿੰਡ ਵਾਸੀਆਂ ਦਾ ਮੁੱਖ ਕਿੱਤਾ ਹੀ ਦੁੱਧ ਨਾਲ ਜੁੜਿਆ ਹੋਇਆ ਹੈ। ਦੁਧਾਰੂ ਪਸ਼ੂ ਪਾਲਦੇ ਨੇ, ਦੁੱਧ ਦਾ ਕੰਮ ਕਰਦੇ ਨੇ, ਤੇ ਉਹਨਾਂ ਦੀ ਆਰਥਿਕਤਾ ਨੂੰ ਇਸ ਸਮੇਂ ਵੱਡੀ ਸੱਟ ਲੱਗਦੀ ਹੋਈ ਨਜ਼ਰ ਆ ਰਹੀ ਹੈ। ਫਾਰਮ ਦੇ ਵਿੱਚ ਖੜੇ ਆ ਜਿੱਥੋਂ ਜਿਹੜੇ ਕਿ ਦੁਧਾਰੂ ਪਸ਼ੂ ਨੇ, ਜਿੱਥੇ ਉਹਨਾਂ ਦੀ ਮੌਤ ਹੋਈ ਹੈ ਪਿਛਲੇ 3 ਜਾਂ 4 ਦਿਨਾਂ ਦੌਰਾਨ। ਜੋ ਮਹਾਮਾਰੀ ਇੱਥੇ ਫੈਲ ਰਹੀ ਹੈ, ਜੋ ਬਿਮਾਰੀ ਜੋ ਫੈਲ ਰਹੀ ਹੈ, ਉਹਦੇ ਕਰਕੇ ਮੇਰੇ ਨਾਲ ਉੱਥੋਂ ਦੇ ਜਿਹੜੇ ਕਿਸਾਨ ਨੇ ਜੋ ਇਹ ਕਿੱਤਾ ਕਰਦੇ ਨੇ ਜਾਂ ਇਹਨਾਂ ਦੇ ਮਾਲਕ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਆ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਗੁਰਪ੍ਰੀਤ ਆ, ਨਿਕਨੇਮ ਸੋਨੀ ਆ ਜੀ। ਤੇ ਅਸੀਂ ਸ਼ੁਰੂ ਤੋਂ, ਮੇਰੇ ਪਿਓ ਦਾਦੇ ਸਾਰੇ ਅਸੀਂ ਡੈਰੀ ਫਾਰਮ ਦਾ ਕੰਮ ਕਰਦੇ ਆ ਰਹੇ ਹਾਂ। ਤੇ ਇਸ ਤੋਂ ਪਹਿਲਾਂ ਵੀ ਬਿਮਾਰੀ ਆਈ ਸੀ, ਪਰ ਉਹ ਇੰਨੀ ਭਿਆਨਕ ਨਹੀਂ ਸੀ। ਜ਼ਿਆਦਾ ਪਸ਼ੂ ਮਤਲਬ ਕੇਅਰ ਹੋ ਜਾਂਦੇ ਜੇ, ਮਤਲਬ ਸੰਭਲ ਜਾਂਦੇ ਸੀ। ਇਸ ਵਾਰ ਤਾਂ ਮਤਲਬ 4-5 ਦਿਨ ਹੋਏ ਨੇ ਬਿਮਾਰੀ ਆਈ ਨੂੰ, ਤੇ ਕੱਲ ਇੱਕ ਦਿਨ ਦੇ ਵਿੱਚ ਸਾਡੇ 6 ਪਸ਼ੂ ਮਰ ਗਏ ਜੀ। ਕੀ ਬਿਮਾਰੀ ਹੈ? ਬਿਮਾਰੀ ਜੀ ਇਹ ਮੂੰਹ ਤੋਂ ਵੀ ਰੋਕਦੇ ਨੇ, ਮੂੰਹ ਸਾਲੇ ਹੋ ਜਾਂਦੇ ਨੇ, ਤੇ ਇਹਨਾਂ ਦੇ ਖੁਰਾਂ ਸਾਲੇ ਹੋ ਜਾਂਦੇ ਨੇ, ਤੇ ਬੈਠਣ 'ਚ ਤਕਲੀਫ ਆਉਂਦੀ ਆ, ਕਮਜ਼ੋਰੀਆਂ ਦੇ ਅੰਦਰ ਖਾਧਾ ਪੀਤਾ ਨਹੀਂ ਕੋਈ ਜਾਂਦਾ, ਤੇ ਮਤਲਬ ਪਾਣੀ ਵੀ ਨਹੀਂ ਪੀਂਦੇ। ਜੇ ਘੜੀ ਨਾ ਪਾਣੀ, 2 ਘੜੀ ਨਾਲ ਪਾਣੀ ਦੇ ਅੰਦਰ ਇਹਨਾਂ ਦੇ। ਤੇ ਅੱਜ ਡਾਕਟਰ ਸਾਹਿਬ, ਅੱਜ ਟੀਮ ਆਈ ਸੀ ਨਾ, ਇੰਜੈਕਸ਼ਨ ਲਾ ਕੇ ਗਏ ਨੇ, ਤੇ ਉਹ ਲਾਉਣ ਦੇ ਬਾਅਦ ਜਦੋਂ ਵੀ ਇੱਕਾ ਗਾਂ ਹੁਣ ਫੇਰ ਟੈਂਪਰੇਚਰ ਚੈੱਕ ਕੀਤਾ, ਇਹਨੂੰ ਫੇਰ ਬੁਖਾਰ ਆ। ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਸਿਰ 'ਚ ਪਾਣੀ ਪਾ ਦਿਓ ਇਹਨਾਂ ਦੇ। ਪਹਿਲਾਂ ਬੁਖਾਰ ਹੁੰਦਾ ਆ, ਉਦੋਂ ਬਾਅਦ ਛਾਲੇ ਵਗੈਰਾ ਜਿਹੜੇ ਹੋ ਰਹੇ? ਇੱਕ ਵਾਰ ਸਾਰਾ ਇਕੱਠੇ ਹੋ ਜਾਂਦਾ ਜੀ। ਇਹਨੂੰ ਬੁਖਾਰ ਦੇ ਨਾਲ ਹੀ ਬੁਖਾਰ ਹੀ ਹੁੰਦਾ, ਨਾਲ ਸਾਲੇ ਹੁੰਦੇ, ਨਾਲ ਹੀ ਬੁਖਾਰ ਹੋ ਜਾਂਦਾ। ਕਿੱਦਣ ਤੋਂ ਸ਼ੁਰੂਆਤ ਹੋਈ ਬਿਮਾਰੀ ਦੀ? ਇਹ ਸਾਰਾ ਹੀ ਸਰ ਹਫ਼ਤੇ ਦੇ ਵਿੱਚ, ਹਰ ਹਫ਼ਤੇ ਦੇ ਗੇਮ ਆ ਸਾਰੀ ਇਹ। ਅੱਛਾ, ਹਾਂਜੀ, ਹਫ਼ਤਾ ਹੋ ਗਿਆ। ਤੇ ਪਹਿਲਾਂ ਇੱਕ ਪਸ਼ੂ ਰੁਕਿਆ ਸੀ ਜੀ। ਇੱਕ ਪਸ਼ੂ ਰੁਕਣ ਦੇ ਨਾਲ ਅਸੀਂ ਚਲੋ ਉਹਨੂੰ ਵਕ ਕਰਿਆ, ਤੇ ਉਦੋਂ ਬਾਅਦ ਉਹਦੀ ਕੇਅਰ ਕੂਰ ਕੀਤੀ, ਬਾਕੀਆਂ ਨੂੰ ਮਤਲਬ ਟ੍ਰੀਟਮੈਂਟ ਕੀਤਾ, ਤੇ ਦੂਸਰੇ ਦਿਨ ਸਾਡੇ 6 ਤੋਂ 7 ਪਸ਼ੂ ਇਕੱਠੇ ਹੋ ਗਏ। ਅੱਛਾ, ਇੰਨੀ ਛੇਤੀ? ਕਿੰਨੇ ਪਸ਼ੂ ਸੀ, ਕਿੰਨੇ ਦੀ ਕੈਜੂਅਲਟੀ ਹੋਈ ਤੁਹਾਡੀ? ਸਾਡੇ ਕੋਲ 18 ਪਸ਼ੂ ਸੀ ਟੋਟਲ, ਵਿੱਚ ਬੱਸੀਆਂ ਵਿੱਚ ਹੀ ਗੱਭਣ ਬੱਸੀਆਂ ਸੀ,
ਜਿਹੜੇ ਕੱਲ ਮਰੇ ਨੇ ਸਾਡੇ 3 ਗੱਭਣ ਬੱਸੀਆਂ ਸੀ ਉਹਦੇ ਵਿੱਚ ਜਿਹੜੀ ਸੂਣ ਦੇ ਲਾਇਕ ਸੀ, ਤੇ 3 ਸਾਡੀਆਂ ਦੂਜੀਆਂ ਸੀ ਜਿਨ੍ਹਾਂ ਦਾ ਅਸੀਂ ਟੀਕਾ ਭਰਵਾਉਣਾ ਸੀ, ਤਿਆਰ ਸੀ। ਬਹੁਤ ਵੱਡਾ ਨੁਕਸਾਨ ਹੈ, ਤਕਰੀਬਨ 60-70 ਹਜ਼ਾਰ ਦੇ ਨੇੜੇ ਤੇੜੇ ਤੱਕ ਕੀਮਤ ਜਿਹੜਾ ਪਸ਼ੂ ਅੱਜ ਕੱਲ੍ਹ ਲੱਖ ਦਾ ਨੁਕਸਾਨ ਸਾਡਾ ਕੱਲ 'ਚ ਹੋ ਗਿਆ। ਤੇ ਮੈਡੀਸਨ ਸਰ ਹੁਣ ਨਾ ਤਾਂ ਕੋਈ ਦੁੱਧ ਪੈ ਰਿਹਾ, 50-60 ਲੀਟਰ ਇੱਕ ਟਾਈਮ ਦੁੱਧ ਪਾ ਰਹੇ ਸੀ, ਤੇ ਹੁਣ ਸਾਡੀ ਬਿਲਕੁਲ ਆਮਦਨ ਦੁੱਧ ਬੰਦ ਆ, ਤੇ ਮੁੱਲ ਦੁੱਧ ਲੈ ਕੇ ਆਉਂਦੇ ਸੀ। ਆਮਦਨ ਦਾ ਕੋਈ ਸਾਧਨ ਨਹੀਂ ਰਿਹਾ, ਮੈਂਟਲੀ ਟੌਰਚਰ ਵੀ ਹੋ ਰਿਹਾ। ਤੁਸੀਂ ਆਪ ਲੈ ਕੇ ਆਉਂਦੇ? ਆਪ ਲੈ ਕੇ ਆਉਂਦੇ ਇਸ ਟਾਈਮ, ਜਿਹੜਾ ਅਸੀਂ ਇੱਕ ਟਾਈਮ ਦਾ 60 ਲੀਟਰ ਦੁੱਧ ਪਾ ਰਹੇ ਸੀ। ਆ ਖੜੀਆਂ ਸਾਰੀਆਂ ਜੀ, ਹੁਣ ਦੇਖ ਲਓ ਤੁਹਾਡੇ ਸਾਹਮਣੇ ਖੜੀਆਂ ਨੇ, ਕੋਈ ਝੂਠ ਤਾਂ ਹੈ ਨਹੀਂ, ਦੁੱਧ ਅਸੀਂ ਮੁੱਲ ਲੈ ਕੇ ਆਉਂਦੇ ਆ, ਠੀਕ ਹੈ ਨਾ। 10 ਪਸ਼ੂ ਫਿਰ ਵੀ ਖੜੇ ਨੇ, ਹੁਣ ਇਹਨੇ ਇਹ ਨਹੀਂ ਪਤਾ ਬਚਣਗੇ ਜਾਂ ਨਹੀਂ ਬਚਣਗੇ। ਕੈਜੁਅਲਟੀਆਂ ਕਿੰਨੀਆਂ ਹੋਈਆਂ ਟੋਟਲ? ਪਸ਼ੂ ਕਿੰਨੇ ਮਰੇ ਆ ਪਿੰਡ 'ਚ? ਸਾਡੇ 100 ਤੋਂ ਉੱਪਰ ਪਸ਼ੂ ਮਰ ਗਏ ਜੀ। 100 ਤੋਂ ਉੱਪਰ ਕੱਲ 20 ਤੋਂ ਉੱਤੇ ਪਸ਼ੂ ਮਰੇ ਨੇ। ਹਾਂਜੀ 100 ਗਿਣਤੀ ਕਰਕੇ ਸਾਨੂੰ ਗਣਾ ਸਬੂਤ ਦੇ ਸਕਦੇ 100 ਦਾ। ਹਾੜੀ ਦੇ ਵਿੱਚ ਅਸੀਂ ਉੱਥੇ ਪਸ਼ੂ ਨੇ ਨਾ ਸਿੱਟਣ ਨੂੰ ਜਗ੍ਹਾ ਨਹੀਂ ਸੀ, ਤੇ ਕੱਲ JCB ਮੰਗਾ ਕੇ ਟੋਏ ਪਟਾ ਕੇ ਪੰਚਾਇਤ ਵੱਲੋਂ ਪਸ਼ੂ ਜਿਹੜੇ ਪਹਿਲਾਂ ਪਏ ਸੀ ਉੱਥੇ ਦਵਾਏ ਗਏ ਨੇ। ਤੇ ਕੱਲ ਅਸੀਂ ਸਵੇਰੇ ਇੱਕ ਸਾਡੀ ਰਾਤ ਬੱਸੀ ਗੁਜ਼ਰ ਗਈ ਸੀ, ਉਹ ਸਿੱਟਣ ਚਲੇ ਗਏ, ਤੇ ਉੱਥੇ ਫੇਰ ਉਹਨੇ ਢੇਰ ਲੱਗਿਆ ਪਿਆ ਰਾਤੋਂ ਰਾਤ। ਢੇਰ ਲੱਗੇ ਪੈਣੀ ਬੜਬੜੀ ਉਹੀ ਜਿਹੜਾ ਕਿ ਪਹਿਲਾਂ ਸੀ ਹਾਲ, ਉਹੀ ਹਾਲ ਫੇਰ ਹੋ ਚੁੱਕਿਆ ਉੱਥੇ। ਹੱਡਾ ਰੋਡ ਦੇ ਵਿੱਚ ਸਾਡੇ ਢੇਰ ਲੱਗੇ ਪਏ ਨੇ ਜੀ, ਬਿਮਾਰੀਆਂ ਹੋਰ ਵੀ ਬਹੁਤ ਫੈਲਣਗੀਆਂ। ਇਹੀ ਗੱਲ ਨਹੀਂ ਵੀ ਪਸ਼ੂ ਮਰਦੇ ਨੇ, ਇਹ ਨਹੀਂ ਪਤਾ ਬੰਦਿਆਂ ਨੂੰ ਵੀ ਕੀ ਨੁਕਸਾਨ ਕਰ ਦੇਵੇ ਇਹ, ਠੀਕ ਹੈ ਨਾ। ਹਾਂਜੀ ਹੁਣ ਬਿਮਾਰੀ ਕਿਤੇ ਨਾ ਕਿਤੇ ਗਾਂ ਦੀ ਗਾਂ ਵੱਧ ਸਕਦੀ ਹੈ। ਬਾਕੀ ਉਹ ਦੇਖ ਲਓ, ਉਹ ਗਊ ਦਾ ਹਾਲ ਦੇਖ ਲਓ, ਉਹਦੇ ਖੁਰ ਲੈਣ ਨੂੰ ਤਿਆਰ ਹੋਏ ਪਏ ਨੇ। ਉਹ ਦੇ ਗੁਜ਼ਾਰਿਸ਼ ਕਰਦਾ ਕਿ ਤਸਵੀਰ ਜ਼ਰੂਰ ਦਿਖਾਈ ਜਾਵੇ ਕਿ ਇਸ ਵਕਤ ਪਸ਼ੂਆਂ ਦੇ ਹਾਲਾਤ ਨੇ ਜੋ ਕੀ ਨੇ, ਕਿ ਪਿੰਡ ਵਾਸੀ ਇੱਥੇ ਇਕੱਠੇ ਹੋ ਰਹੇ ਨੇ, ਦੱਸ ਰਹੇ ਨੇ। ਜੀ 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 ਸਰ ਇਹਦਾ ਕੋਈ ਹੱਲ ਹੀ ਨਹੀਂ, ਬਸ ਉਹਨਾਂ ਨੂੰ ਕਿਹੜੀ ਦਵਾਈ ਆ, ਪੋਟਾਸੀਅਮ ਸਲਫੇਟ, ਉਹ ਇਹਨਾਂ ਦੇ ਮਰੀ ਜਾਈਦੀ ਆ, ਟੌਪਿਕ ਔਰ ਮਰੀ ਜਾਈਦੀ ਆ। ਅਸਲ ਵਿੱਚ ਇਹਨਾਂ ਦਾ ਕੋਈ ਮੈਡੀਸਨ ਹੀ ਨਹੀਂ ਹੈਗਾ ਜੀ। ਕਿਹੜਾ ਟੀਮ ਡਾਕਟਰ ਦੀ ਪਿੰਡ 'ਚ ਫਿਰਦੀ ਆ, ਡਾਕਟਰਾਂ ਦੀ, ਉਹ ਇੰਜੈਕਸ਼ਨ ਵਗੈਰਾ ਜਾਂ ਜੋ ਵੈਕਸੀਨੇਸ਼ਨ ਉਹ ਕਰ ਰਹੀ ਹੈ, ਉਹਦੇ ਨਾਲ ਕੋਈ ਅਸਰ ਹੋ ਰਿਹਾ? ਅੱਜ ਸਰ ਪਹਿਲੇ ਦਿਨ ਸਾਡੀ ਟੀਮ ਆਈ ਆ, ਤੇ ਉਹਨਾਂ ਨੇ ਪਹਿਲੇ ਦਿਨ ਟ੍ਰੀਟਮੈਂਟ ਕੀਤਾ ਇਹਦਾ। ਪਹਿਲੇ ਦਿਨ ਆਈ ਅੱਜ ਪਹਿਲੇ ਦਿਨ ਨਹੀਂ ਆਈ, ਕੱਲ ਤੋਂ ਸੀ, ਤੇ ਉਹਨਾਂ ਨੇ ਸ਼ੁਰੂ ਅੱਜ ਸਾਡੇ ਕੀਤਾ। ਕੱਲ ਕਹਿੰਦੇ ਵੀ ਤੁਹਾਡੇ ਇੰਜੈਕਸ਼ਨ ਪਹਿਲਾਂ ਲੱਗ ਚੁੱਕੇ ਨੇ, ਅੱਜ ਆਪਾਂ ਲਾ ਨਹੀਂ ਸਕਦੇ, ਤੇ ਅੱਜ ਉਹਨਾਂ ਨੇ ਆਪਦੇ ਤੌਰ ਤੇ ਜਿਹੜਾ ਇਲਾਜ ਹੈ ਮੈਡੀਸਨ ਉਹ ਆਪਦੇ ਤੌਰ ਤੇ ਦਿੱਤਾ। ਤੁਸੀਂ ਪਹਿਲਾਂ ਜਿਹੜੀ ਮੂੰਹ ਖੋਰ ਦੀ ਬਿਮਾਰੀ ਆ, ਇਹਨੂੰ ਲੈ ਕੇ ਕੋਈ ਵੈਕਸੀਨੇਸ਼ਨ ਕਰਵਾਈ ਆ ਪਸ਼ੂਆਂ ਦੀ? ਪਹਿਲਾਂ ਕਰਵਾਈ ਸੀ ਸਰ, ਕਵਰ ਹੀ ਨਹੀਂ ਹੋ ਰਹੇ, ਮਤਲਬ ਹਫ਼ਤੇ ਤੋਂ ਜਿੱਦਾਂ ਰੁਕੇ ਨੇ ਜਦ ਤੋਂ ਕਰਵਾ ਰਹੇ ਹਾਂ। ਪਹਿਲਾਂ ਹਫ਼ਤੇ ਖਰਚੇ ਤੇ ਕਰਵਾਇਆ ਸੀ, ਹੁਣ ਖਰਚਾ ਸਾਡੇ ਕੋਲੋਂ ਖਤਮ ਹੋ ਗਿਆ। ਸਰਕਾਰ ਤੋਂ ਅਸੀਂ ਮਦਦ ਮੰਗ ਰਹੇ ਸੀ, ਤਾਂ ਉਹਨਾਂ ਨੇ ਡਾਕਟਰਾਂ ਨੇ ਟੀਮ ਭੇਜੀ ਸਾਡੇ ਕੋਲੇ। ਲੋਕਲ ਤੁਹਾਡੇ ਪਿੰਡ ਦੇ ਵਿੱਚ ਟੀਮ ਹੁੰਦੀ ਆ, ਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ, ਪਿੰਡ ਦੀ ਟੀਮ ਜੋ ਹੈਗੀ ਆ ਪਸ਼ੂ ਪਾਲਣ ਵਿਭਾਗ ਦੀ, ਉਹਦਾ ਕੀ ਰਿਐਕਸ਼ਨ ਸੀ, ਕੀ ਐਕਸ਼ਨ ਸੀ? ਰਿਐਕਸ਼ਨ ਕੀ ਹੋਣਾ ਸਰ, ਸਾਰੇ ਆਪ ਪਸ਼ੂਆਂ ਦੀ ਅੜਜ ਗਈ, ਕੋਈ ਕਿਸੇ ਦਾ ਦਿਮਾਗ ਕੰਮ ਕਰਨੀ ਹਟ ਗਿਆ। ਸਾਰੇ ਫਾਰਮ ਭਰੇ ਪਏ ਨੇ, ਉੱਧਰ ਦਿਖਾ ਦਿਓ ਵੀਡੀਓ, ਸਾਰੇ ਗਾਵਾਂ 'ਚ ਹੀ ਰਹਿੰਦੇ ਨੇ ਸਾਰਾ ਦਿਨ, ਹੋਰ ਸਾਡੇ ਕੋਲ ਦਿਮਾਗ ਹੀ ਕੰਮ ਹੀ ਛੱਡ ਗਏ ਜਮੇ। ਕੱਲ ਇੱਥੇ 7 ਪਸ਼ੂ ਦੇਖ ਕੇ ਬੰਦਾ ਪੈਰ ਨਹੀਂ ਪੱਟ ਹੋਇਆ, ਉੱਥੋਂ ਨਹੀਂ ਨਿਕਲ ਹੋਇਆ ਮੇਰੇ ਤੋਂ। ਪਿੰਡ ਦੇ ਸਾਡੇ ਲੋਕ ਗੱਲਾਂ ਮੇਰੀਆਂ ਲੱਤਾਂ ਕੰਬਦੀਆਂ। ਇਹ ਵੀਡੀਓ ਬਣਾਉਂਦੇ ਨੇ ਫੇਕ, ਆਪਦੇ ਵਿਊ ਲੈਣ ਦੇ ਮਾਰੇ ਵੀਡੀਓ ਪਾਉਂਦੇ ਨੇ, ਫੇਮਸ ਹੋਣ ਦੇ ਮਾਰੇ। ਜਿਹਦੇ ਘਰੇ 7 ਪਸ਼ੂ ਮਰਦੇ ਨੇ ਉਹਨੂੰ ਉਹ ਫੇਮਸ ਮੰਗੂਗਾ। ਅੱਜ ਤੱਕ ਅਸੀਂ ਸੋਸ਼ਲ ਮੀਡੀਆ ਤੇ ਕਦੇ ਹੋਏ ਹੀ ਨਹੀਂ ਸੀ, ਨਾ ਪਹੁੰਚੇ ਸੀ, ਸਾਨੂੰ ਲੋੜ ਹੀ ਨਹੀਂ ਪਈ। ਪਿੰਡ 'ਚ ਤੁਹਾਡੇ ਮੰਡੀ ਜਿਹੜੀ ਹੈਗੀ ਵੀਡੀਓ ਪਈਆਂ ਨੇ ਜਿਹੜੇ ਸਾਡੇ ਪਸ਼ੂ ਮਰੇ ਨੇ। ਕੱਲ ਸਾਡੇ ਕੋਲੇ ਬੱਸੀ ਸਾਡੇ ਕਿਹੜੀ ਹੱਥਾਂ ਜਾਨ ਨਿਕਲੀ, ਉਹਦੀ ਵੀਡੀਓ ਬਣੀ ਪਈ ਆ। ਅਸੀਂ ਫੇਮਸ ਹੋ ਕੇ ਵੀਰੇ ਲੈਣਾ ਕੀ ਆ? ਅੱਜ ਤੱਕ ਸਾਡਾ ਤਾਂ ਨੁਕਸਾਨ ਹੋ ਰਿਹਾ, 3-3.5 ਲੱਖ ਦਾ ਨੁਕਸਾਨ ਹੋ ਗਿਆ। ਤੁਹਾਡਾ ਵੀ ਪਸ਼ੂ ਵੀ ਜਿਹੜਾ ਕਿ ਕੈਜੁਅਲਟੀ ਹੋਈ ਹੈ? ਮੇਰੇ ਵੀਰੇ ਦੋ ਗਾਈਆਂ ਮਰ ਗਈਆਂ ਮੇਰੀਆਂ, ਬਾਕੀ ਸਾਰੀਆਂ ਖੜੀਆਂ ਨੇ। ਸਾਰੇ ਪਸ਼ੂ ਖੜਿਆ ਮੇਰੇ ਟੋਟਲੀ। ਫਿਰ ਹੁਣ ਵੈਕਸੀਨ ਲੱਗੀਆਂ ਦੀ ਕੋਈ ਗਾਰੰਟੀ ਨਹੀਂ ਹੈਗੀ। ਹੁਣ ਉਹ ਬੈਠੀ ਹੈਗਾ, ਕੋਈ ਜਮਾ ਪਾਣੀ ਨੂੰ ਮੂੰਹ ਨਹੀਂ ਲਾਇਆ ਉਹਨੇ। ਲਾਲਾਂ ਹੁਣ ਵੀ ਸਿੱਟੀ ਜਾਂਦੀਆਂ ਨੇ। ਇਹਨਾਂ ਦੇ ਮੂੰਹ ਦੇ ਵਿੱਚ ਸਾਲੇ ਹੋ ਚੁੱਕੇ ਨੇ, ਤੇ ਇਹਨਾਂ ਨੂੰ ਗਾਲੀ ਕਰਨ ਤਕਲੀਫ ਹੁੰਦੀ ਆ। ਜਦੋਂ ਸਾਲੇ ਤੇ ਕੱਖਾ ਪੱਟਾ ਤਾਂ ਖਾ ਨਹੀਂ ਸਕਦੇ ਕੁਝ ਵੀ। ਇਹ ਪਾਣੀ ਪੀਣ 'ਚ ਮਤਲਬ ਜੀਭ ਤਾਂ ਅੰਦਰੋਂ ਸਾਲੇ ਸਾਰੀ ਭਰੀ ਪਈ ਇਹਨਾਂ ਦੀ। ਕਿੰਨੀ ਕੁ ਖੁਰਾਕ ਹੈ ਹੁਣ ਜਿਹੜੀ ਖਾ ਰਹੀਆਂ ਨੇ? ਖੁਰਾਕ ਤਾਂ ਕੁਝ ਨਹੀਂ, ਮਤਲਬ ਤੁਸੀਂ ਐਂ ਲੈ ਲਓ ਵੀ ਇੱਕ ਅੱਧੀ ਘੁੱਟ ਭਰ ਲਈ ਪਾਣੀ ਠੀਕ ਆ, ਨਹੀਂ ਤਾਂ ਇਹਨਾਂ ਨੂੰ ਨਾਲ ਦਿੱਤਾ ਜਾ ਰਿਹਾ ਵੀ ਮਾੜਾ ਮੋਟਾ ਧਰਵਾਸਾ ਦਿਲ ਨੂੰ ਹੋਵੇ ਇਹਨਾਂ ਦਾ, ਕੋਈ ਮਾੜਾ ਮੋਟਾ ਟਾਈਮ ਕੱਢਣ। ਇਹ ਇੱਕ ਪਸ਼ੂ ਕਿਲੋ ਲੈ ਕੇ 2 ਕਿਲੋ ਖਾਂਦਾ ਪੀਂਦਾ। ਪਾਣੀ ਲਾ ਲਓ, ਭਾਵੇਂ ਪੱਠੇ ਲਾ ਲਓ, ਕੋਈ ਮਰਜ਼ੀ ਲਾ ਲਓ, 1 ਕਿਲੋ ਲੈ ਕੇ 2 ਕਿਲੋ ਤੱਕ ਖਾਂਦਾ ਪੀਂਦਾ ਜੀ। ਪੱਠੇ ਤਾਂ ਖਾਂਦੀ ਹੈ ਜੀ, ਪੱਠੇ ਖਾਂਦੀ ਹੈ ਜੀ। ਸਾਰੇ ਪਿੰਡ ਦੇ ਵਿੱਚ ਲਗਭਗ ਹੁਣ ਤੱਕ 80 ਲੱਖ ਦਾ ਨੁਕਸਾਨ ਹੋ ਗਿਆ ਹੋਊ। 80 ਲੱਖ? ਹਾਂ 80 ਲੱਖ ਦਾ। ਇੰਨੇ ਪਸ਼ੂ ਮਰ ਗਏ, ਸਾਨੂੰ ਤਾਂ ਡਬਲ ਖਰਚਾ ਪੈ ਰਿਹਾ। ਇੱਕ ਤਾਂ ਸਾਡੇ ਪਸ਼ੂ ਮਰ ਕੇ ਸਾਨੂੰ ਇੱਕ ਹੋਰ ਲੈਣ ਨੂੰ ਹੋ ਗਏ। ਹੁਣ ਆਹੀ ਵੀਰ ਦਾ ਲਾ ਲਓ, ਇਹਦੀਆਂ 7 ਬੈੜੀਆਂ ਮਰ ਗਈਆਂ। ਜੇ 80 ਹਜ਼ਾਰ ਨੂੰ ਵੀ ਲਾਵਾਂ, 4-5 ਲੱਖ ਦਾ ਨੁਕਸਾਨ ਹੋ ਗਿਆ। ਆਰਥਿਕ ਪੱਖੋਂ ਅਸੀਂ ਪਹਿਲਾਂ ਕਮਜ਼ੋਰ ਹੋਏ ਪਏ ਹਾਂ, ਫਿਰ ਅਸੀਂ ਗਲਾਂ ਦੇ ਵਿੱਚ ਰੱਸਾ ਹੀ ਪਾਵਾਂਗੇ, ਹੋਰ ਅਸੀਂ ਕਰਾਂਗੇ ਵੀ ਕੀ? ਬਿਲਕੁਲ, ਸਰਕਾਰ ਇੱਥੇ ਚੁੱਪ ਵੜਦੀ ਨਜ਼ਰ ਜ਼ਰੂਰ ਆਉਂਦੀ ਹੈ ਜੀ। ਬੱਸੀ ਰਾਸ ਹੋਈ ਸੀ, ਤੇ ਇਹਨਾਂ ਬੱਸਰੂ ਅੰਦਰੋਂ ਮਰਿਆ ਹੋਇਆ ਕੱਢਿਆ, ਤੇ ਨਾ ਇਹ ਜੇਰ ਪਈ ਆ, ਮਤਲਬ ਕੋਈ ਮੂਵਮੈਂਟ ਨਹੀਂ, ਉੱਕਣੀ ਖੜੀ ਆ ਇਹ ਬਿਲਕੁਲ। ਹਜੇ ਇਹਨੇ ਸੁਣਾ ਸੀ ਰਾਤ ਮਰਿਆ, ਅੰਦਰ ਬੱਸਰੂ ਕੱਢਿਆ। ਤੇ ਡਾਕਟਰਾਂ ਕੋਲੇ ਇੱਕ ਥਰਮਾਮੀਟਰ ਆ ਜੀ, ਇੱਕ ਉਹਨਾਂ ਕੋਲ ਸਿੰਜ, ਇੱਕ ਸੂਈ ਆ। ਸਾਰੇ ਪਿੰਡ ਦੇ ਵਿੱਚ ਉਹਦੇ ਨਾਲ ਹੀ ਘੁੰਮਦੇ ਨੇ ਇਕੱਲੇ ਨਾਲ, ਉਹਦੇ ਨਾਲ ਟੀਕੇ ਲਾਈ ਜਾਂਦੇ ਨੇ। ਮੈਂ ਸਬੂਤ ਦਿੰਦਾ, ਮੈਂ ਨਾਲ ਲੈ ਕੇ ਰੱਖਿਆ, ਮੁੰਡੇ ਤੋਂ ਪੁੱਛ ਲਓ। ਇਹ ਨਾਲ ਰਿਹਾ, ਇਹ ਮਤਲਬ 100% ਵਧਾਈ ਵੀ ਨਾ ਨਹੀਂ ਆ ਬਿਮਾਰੀ। ਇਹ
ਸਵੇਰ ਦਾ ਮੈਂ ਨਾਲ ਉਹਨਾਂ ਦੀ ਹੈਲਪ ਕਰਾਉਂਦਾ ਫਿਰਦਾ, ਆਪ ਟੀਕੇ ਲਾ ਕੇ ਆਉਂਦਾ ਰਿਹਾ। ਮੁੜ ਕੇ ਮੈਨੂੰ ਕਹਿੰਦੇ ਨੇ ਤੂੰ ਫੇਮਸ ਹੋਣ ਦਾ ਮਾਰਾ ਇਹ ਕੁਛ ਕਰ ਰਿਹਾ। ਮੈਂ ਫੇਮਸ ਹੋ ਕੇ ਯਾਰ ਲੈਣਾ ਕੀ ਆ? ਮੈਨੂੰ ਆਇਆ ਵੀ ਪਿੰਡ ਦੇ ਲੋਕ ਆਹ ਪਸ਼ੂ ਸਹੀ ਹੋ ਜਾਣ। ਮੇਰਾ ਤਾਂ ਨੁਕਸਾਨ ਹੋ ਗਿਆ, ਲੋਕ ਤਾਂ ਬਚ ਜਾਣ। ਪਿੰਡ ਦੇ ਵਿੱਚ ਜਿਹੜੇ ਬਾਕੀ ਪਸ਼ੂ ਨੇ, ਬਾਕੀ ਜੋ ਟੋਟਲ ਕਿੰਨਾ ਕੁ ਪਸ਼ੂ ਹੋਊਗਾ ਪਿੰਡ 'ਚ, ਪਹਿਲਾਂ ਇਹ ਦੱਸੋ। ਪਿੰਡ 'ਚ ਜ਼ਿਆਦਾਤਰ ਸਾਡੇ ਕਿਹੜੇ ਵੱਡੇ ਨੇ, ਮਤਲਬ ਬੈੜੀਆਂ ਲੋਕ ਰੱਖ ਰਹੇ ਨੇ। ਛੋਟਾ ਜ਼ਿਮੀਦਾਰ 5-7 ਹਰ ਇੱਕ ਪਸ਼ੂ ਰੱਖ ਹੀ ਰਿਹਾ, ਛੋਟਾ ਜ਼ਿਮੀਦਾਰ, ਕਿਉਂਕਿ ਹਰ ਇੱਕ ਦਾ ਗੁਜ਼ਾਰੇ ਦਾ ਕੀ ਆ ਪਿੰਡ ਦੀ ਆਬਾਦੀ ਸਾਡੇ 3000-3500 ਮੇਰੇ ਹਿਸਾਬ ਨਾਲ ਵੋਟ ਹੋਊ ਪਿੰਡ ਦੀ ਜੀ। 3000 ਵੋਟ ਹੈਗੀ? ਹਾਂਜੀ 3035 ਹੈਗੀ ਵੋਟ ਸਾਡੇ ਪਿੰਡ ਦੀ। ਮੇਨ ਕਿੱਤਾ ਹੀ ਦੁੱਧ ਦਾ, ਪਸ਼ੂ ਪਾਲਣਾ। ਸਭ ਦੇ ਘਰੇ ਦੇਖ ਲਓ ਤੁਸੀਂ, ਪਸ਼ੂ ਖੜੇ ਨੇ। 5 ਤੋਂ 7 ਪਸ਼ੂ ਹਰ ਇੱਕ ਘਰ ਰੱਖ ਰਿਹਾ ਪਸ਼ੂ। ਤੁਸੀਂ ਕਿਹਾ ਪਿਛਲੀ ਵਾਰੀ ਵੀ ਬਿਮਾਰੀ ਆਈ ਸੀ, ਇੰਨੀ ਘਾਤਕ ਨਹੀਂ ਸੀ, ਪਿਛਲੀ ਵਾਰ ਕਿਵੇਂ ਰਿਕਵਰ ਹੋਈ? ਪਿਛਲੀ ਵਾਰ ਸਰ ਇਹੀ ਸੀ, ਮਤਲਬ ਇੱਕ ਨਹੀਂ ਮੈਡੀਸਨ ਇਹੀ ਕਰ ਰਿਹਾ ਸੀ ਤੇ ਕਵਰ ਹੋਈ ਗਿਆ, ਤੇ ਮਤਲਬ ਨੁਕਸਾਨ ਨਹੀਂ, ਜਾਨੀ ਨੁਕਸਾਨ ਦਾ ਕੋਈ ਨੁਕਸਾਨ ਹੈ। ਵੈਕਸੀਨ ਲੱਗੀ ਹੋਈ ਸੀ, ਵਾਪਸ ਮੁੜ ਗਈ, 2-3 ਦਿਨ ਰਹਿ ਗਏ। ਗਾਵਾਂ ਵੈਕਸੀਨ ਲੱਗੀ ਦੇ ਬਾਵਜੂਦ ਆ ਗਈ ਸੀ ਬਾਰੇ, ਤਾਂ ਕਰਕੇ ਕਵਰ ਹੋ ਗਈ ਸੀ। ਇਸ ਵਾਰ ਤਾਂ ਵੈਕਸੀਨ ਹੀ ਨਹੀਂ ਆਈ। ਵੈਕਸੀਨ ਦੀ ਪ੍ਰੋਬਲਮ ਪਈ ਹੈ ਜੀ ਸਭ। ਕਹਿੰਦੇ ਸੈਂਪਲ ਫੇਲ ਹੋ ਗਏ ਸੀ, ਉਦੋਂ ਬਾਅਦ ਜਿਹੜਾ ਕਿਹਾ ਤੱਕ ਆਈ ਬੰਦ ਕਰ ਲਈ। ਸੈਂਪਲ ਕਾਹਨੂੰ ਫੇਲ ਹੋਏ ਨੇ? ਇਹਨੇ ਅੱਜ ਜਿਹੜਾ ਸਾਨੂੰ ਆ ਘਾਟਾ ਪਾਉਣਾ ਸੀ, ਇਹ ਕਿਵੇਂ ਪੈਂਦਾ? ਜਿਹੜਾ ਘਾਟਾ ਪਾਉਣਾ ਸੀ ਇਹ ਕਿਵੇਂ ਪੈਂਦਾ? ਫਿਰ ਜੇ ਸੈਂਪਲ ਹੀ ਫੇਲ ਅਸੀਂ ਭੇਜੀ ਕਰ ਇੱਥੇ ਵੈਕਸੀਨ ਉਹ ਹਸਪਤਾਲਾਂ ਵਿੱਚ ਆਈ। ਸਾਡੇ ਦਿਲਾਂ ਤੋਂ ਪੁੱਛ ਕੇ ਦੇਖੋ, ਜਿਨ੍ਹਾਂ ਦੇ ਪਸ਼ੂ ਮਰ ਗਏ। ਹੋਰਾਂ ਨੂੰ ਤਾਂ ਮਜ਼ਾਕ ਲੱਗਦਾ, ਜਿਨ੍ਹਾਂ ਦੇ ਪਸ਼ੂ ਸਹੀ ਖੜੇ ਨੇ ਰੱਬ ਦੀ ਕਿਰਪਾ ਨਾਲ, ਉਹਨਾਂ ਲਈ ਤਾਂ ਮਜ਼ਾਕ ਆ ਇਹ, ਉਹਨਾਂ ਲਈ ਤਾਂ ਪਬਲਿਸਿਟੀ ਆ। ਸਾਡੇ ਦਿਲਾਂ ਤੋਂ ਪੁੱਛ ਕੇ ਦੇਖੋ ਨਾ, ਸਾਡੇ ਤੇ ਕੀ ਬੀਤਦੀ ਆ। ਕਿਵੇਂ ਜੇਕਰ ਮੈਂ ਹੁਣ ਇਸ ਘਾਟੇ ਦੀ ਗੱਲ ਕਰਾਂ, ਇਹ ਘਾਟੇ ਦੀ ਭਰਪਾਈ ਕਿਵੇਂ ਹੋਊਗੀ? ਕਿਸ ਤਰੀਕੇ ਨਾਲ, ਕਿੰਨਾ ਸਮਾਂ ਲੱਗੂਗਾ, ਜਾਂ ਕਿੰਨਾ ਕੁ ਔਖਾ ਹੈ? ਤੋਂ ਬਾਅਦ ਔਖਾ ਤਾਂ ਸਰ ਦੇਖੋ ਜੀ, ਇੱਕ ਤਾਂ ਹੁਣ ਕਿਹੜੇ ਕੋਲੇ ਪੈਸੇ ਉਹ ਵੀ ਲਾ ਚੁੱਕੇ, 2.5-3 ਲੱਖ ਦੇ ਸਾਡੇ ਡੰਗਰ ਨੁਕਸਾਨੇ ਗਏ। ਜੇ ਹੁਣ 2.5-3 ਲੱਖ ਰੁਪਏ ਸਾਨੂੰ ਹੋਰ ਲਾਉਣਾ ਪਊ, ਉਹ ਪੈਸਾ ਕਿੱਥੋਂ ਆਊ? ਆਰਥਿਕ ਮੰਗੋ ਤਾਂ ਅਸੀਂ ਬਿਲਕੁਲ ਕਮਜ਼ੋਰ ਹੋ ਗਏ। ਅਸੀਂ ਤਾਂ ਮਦਦ ਦੀ ਮੰਗ ਕਰਦੇ ਹਾਂ ਵੀ ਸਾਡੀ ਕਿਸੇ ਨਾ ਤਰੀਕੇ ਮਦਦ ਕੀਤੀ ਜਾਵੇ। ਕਿਸਾਨ ਦੇ ਹਾਲਾਤ ਜਿਹੜੇ ਕਿ ਪਹਿਲਾਂ ਵੀ ਤਰਸਯੋਗ ਨੇ, ਤੇ ਜੇਕਰ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਗੱਲ ਕਰ ਲਈ, ਕਿਉਂਕਿ ਮਹਾਮਾਰੀ ਇਸ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਲਗਾਤਾਰ ਇਹ ਪੂਰੇ ਪਿੰਡ ਵਿੱਚ ਫੈਲਦੀ ਨਜ਼ਰ ਆ ਰਹੀ ਹੈ ਇਸ ਵਕਤ। ਬੇਸ਼ੱਕ ਜੇਕਰ ਟੀਮਾਂ ਦੀ ਗੱਲ ਕੀਤੀ ਜਾਵੇ, ਜੋ ਟੀਮਾਂ ਇੱਥੇ ਡਾਕਟਰੀ ਟੀਮਾਂ ਫਿਰਦੀਆਂ ਨੇ, ਮੁਆਇਨਾ ਕਰ ਰਹੀਆਂ ਨੇ, ਪਰ ਇਹਨਾਂ ਦਾ ਦੋਸ਼ ਹੈ ਕਿ ਇਹੋ ਜਿਹੇ ਕੱਲ੍ਹ ਜਾਂ ਪਰਸੋਂ ਤੋਂ ਇਹ ਐਕਸ਼ਨ ਵਿੱਚ ਆਈਆਂ ਨੇ, ਤੇ ਉਸ ਐਕਸ਼ਨ ਦਾ ਕੋਈ ਰਿਐਕਸ਼ਨ ਜਾਂ ਉਸ ਦਾ ਕੋਈ ਨਤੀਜਾ ਨਿਕਲਦਾ ਸਮਾਨ ਵੀ ਨਹੀਂ ਹੈਗਾ। ਇਹਨਾਂ ਦਾ ਕਹਿਣਾ ਕਿ ਪੂਰਾ ਸਮਾਨ ਵੀ ਨਹੀਂ ਹੈਗਾ, ਮੈਡੀਸਨ ਪੂਰੀ ਨਹੀਂ ਹੈਗੀ, ਉਹਦਾ ਨਤੀਜਾ ਹੈ, ਉਹਦਾ ਜਿਹੜਾ ਖਾਮਿਆਜ਼ਾ ਹੈ ਨਾ, ਉਹ ਭੁਗਤਣਾ ਕਿਸਾਨ ਨੂੰ ਹੀ ਪੈ ਰਿਹਾ। ਪਿੰਡ ਵਿੱਚ ਪਸ਼ੂਆਂ ਦੀਆਂ ਜੋ ਮੌਤਾਂ ਹੋ ਰਹੀਆਂ ਨੇ ਲਗਾਤਾਰ, ਸਿਲਸਿਲਾ ਉਸ ਨੂੰ ਦੇਖਣ ਦੇ ਲਈ ਜਿਹੜਾ ਕਿ ਪਸ਼ੂ ਵਿਭਾਗ ਹੈ, ਉਹਦੇ ਇਸ ਵਕਤ ਡਾਇਰੈਕਟਰ ਮੇਰੇ ਨਾਲ ਨੇ, ਹਰਵਿੰਦਰ ਕਾਹਲੋਂ ਜੀ। ਕਾਹਲੋਂ ਸਾਹਿਬ, ਕੀ ਰਿਪੋਰਟ ਆ, ਕੀ ਨਤੀਜਾ ਆ, ਕੋਈ ਫਰਕ ਪਿਆ ਰਿਹਾ ਹੈ ਕਿ ਨਹੀਂ ਪੈ ਰਿਹਾ? ਬਰਸਾਤ ਦੇ ਸੀਜ਼ਨ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਸਪਰੈਡਿਕ ਕੇਸ ਜਿਹੜੇ ਐਫਐਮਡੀ ਦੇ ਕਈ ਪਾਕਟਸ ਵਿੱਚ ਹੋ ਜਾਂਦੇ ਆ। ਅਨਫੋਰਚੂਨੇਟਲੀ ਇਹ ਜਿਹੜਾ ਬੇਰਕਲਾਂ ਪਿੰਡ ਜਿਹੜਾ ਹੈਗਾ ਸੀਗਾ, ਇੱਥੇ ਪਸ਼ੂਆਂ ਵਿੱਚ ਇਹ ਬਿਮਾਰੀ ਆਈ ਹੈ, ਜਿਹਦੇ ਨਾਲ ਸਾਡੇ ਕਿਸਾਨ ਭਰਾ ਤੰਗ ਵੀ ਨੇ, ਪਸ਼ੂਆਂ ਦਾ ਨੁਕਸਾਨ ਵੀ ਹੋਇਆ, ਬਿਮਾਰ ਵੀ ਨੇ, ਜਾਨੀ ਨੁਕਸਾਨ ਵੀ ਹੋਇਆ। ਸਾਡੀ ਪਸ਼ੂ ਪਾਲਣ ਵਿਭਾਗ ਦੀ ਜਿਹੜੀ ਪੂਰੀ ਟੀਮ ਆ, ਜਿਸ ਦਿਨ ਦਾ ਪਤਾ ਲੱਗਾ ਸੀਗਾ, ਆਪਣੇ ਪਿੰਡ ਦੇ ਕਿਸਾਨਾਂ ਨਾਲ ਮੋਢਾ ਜੋੜ ਕੇ ਖੜੀ ਆ ਜੀ। ਇਹਨਾਂ ਦੇ ਜਿਹੜਾ ਟ੍ਰੀਟਮੈਂਟ ਹੈਗਾ, ਲਾਈਨ ਆਫ ਟ੍ਰੀਟਮੈਂਟ, ਉਹ ਟ੍ਰੀਟਮੈਂਟ ਤਾਂ ਚੱਲ ਹੀ ਰਹੀ ਆ, ਉਹਦੇ ਨਾਲ ਜਿਹੜਾ ਉਸ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਬਾਇਓ ਸੇਫਟੀ ਤੇ ਬਾਇਓ ਸਿਕਿਉਰਿਟੀ ਮੈਜਰਸ, ਤਾਂ ਕਿ ਤੰਦਰੁਸਤ ਪਸ਼ੂਆਂ ਨੂੰ ਇੱਕ ਘਰ ਤੋਂ ਦੂਜੇ ਘਰ ਉਹ ਬਿਮਾਰੀ ਨਾ ਹੋਵੇ, ਜਾਂ ਇਸ ਪਿੰਡ ਤੋਂ ਦੂਜੇ ਪਿੰਡ ਨਾ ਜਾਵੇ। ਉਹਦੇ ਵਾਸਤੇ ਨਾਲ ਵਿਭਾਗ ਦੀਆਂ ਟੀਮਾਂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਇੱਥੇ ਆਲੇ ਦੁਆਲੇ ਰਿੰਗ ਵੈਕਸੀਨੇਸ਼ਨ ਹੀ ਕਰਦੇ ਆ ਉਹਨੂੰ, ਤਾਂ ਕਿ ਇਸ ਪਿੰਡ ਦੀ ਜਿਹੜੀ ਬਿਮਾਰੀ ਹੈ ਅਗਲੇ ਪਿੰਡਾਂ 'ਚ ਫੈਲਣ ਤੋਂ ਵੀ ਰੋਕਣੀ ਆ ਜੀ, ਅਗਲੇ ਪਿੰਡਾਂ 'ਚ ਰੋਕੀ ਜਾਵੇ। ਪਰ ਕਾਰਨ ਕੀ ਮੰਨਦੇ ਹੋ ਬਰਸਾਤ ਦੇ ਵਿੱਚ, ਕੀ ਕਾਰਨ ਹੋ ਜਾਂਦਾ? ਇਹ ਇੱਕ ਵਾਇਰਸ ਹੁੰਦਾ, ਜਿਵੇਂ ਆਪਣੇ ਕਰੋਨਾ ਵਾਇਰਸ ਹੈ, ਇੱਦਾਂ ਜਿਹੜਾ ਐਫਐਮਡੀ ਦਾ ਜਿਹੜਾ ਵਾਇਰਸ ਆ, ਇਹਦੇ 5 ਸਬ ਟਾਈਪ ਹੁੰਦੇ ਆ, AOC, ਏਸ਼ੀਆ 1 ਤੇ ਏਸ਼ੀਆ 2 ਜੀ। ਜਿਹੜਾ RDDL ਦੀ ਟੀਮ ਜਦੋਂ 3 ਦਿਨ ਪਹਿਲਾਂ ਸੈਂਪਲ ਲੈ ਕੇ ਗਈ ਸੀਗੀ, ਉਹਨਾਂ ਨੇ ਜਿਹੜਾ ਵਾਇਰਸ ਹੈਗਾ ਉਹ ਆਇਡੈਂਟੀਫਾਈ ਕੀਤਾ, ਉਹ ਟਾਈਪ ਹੈ। ਉਹ ਜਿਹੜੇ ਵਾਇਰਸ ਦੇ ਸੈਂਪਲ ਆ, ਉਹ ਹੁਣ ਭੁਵਨੇਸ਼ਵਰ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਵਾਇਰੋਲੋਜੀ ਲੈਬ ਆ, ਉੱਥੇ ਚਲੇ ਗਏ ਨੇ। ਉੱਥੇ ਉਹਨਾਂ ਨੇ ਟੈਸਟਿੰਗ ਤਾਂ ਕਰਕੇ ਕਨਫਰਮੇਸ਼ਨ ਤਾਂ ਕਰਨੀ ਹੈ ਵੀ ਉਹਦੀ ਗਾਂ ਸਬ ਟਾਈਪ ਕਿਹੜੀ ਹੈ। ਜਿਹੜੀ ਅਗਲੇ ਸਾਲ ਵੈਕਸੀਨ ਆਏਗੀ ਉਹਦੇ ਵਿੱਚ ਇਹ ਵਾਇਰਸ ਇਨਕਲੂਡ ਕੀਤਾ ਜਾਏਗਾ, ਕਿਉਂਕਿ ਅੱਜ ਦੀ ਤਰੀਕ 'ਚ ਇਸ ਵਾਇਰਸ ਦੀ ਕਈ ਥਾਵਾਂ 'ਤੇ ਪੁਸ਼ਟੀ ਹੋ ਗਈ ਹੈ ਜੀ। ਇਹਦਾ ਮਤਲਬ ਇਹ ਵੀ ਹੈਗਾ ਕਿ ਜਿਹੜਾ ਸਾਇੰਟਿਸਟ ਜਿਹੜਾ ਵੈਕਸੀਨ ਬਣਾ ਰਿਹਾ ਹੈਗਾ, ਉਹ ਵਾਇਰਸ ਤੋਂ 2-3 ਸਟੈਪ ਪਿੱਛੇ ਚੱਲਦਾ। ਪਹਿਲਾਂ ਵਾਇਰਸ ਆਪਣੇ ਆਪ ਨੂੰ ਮਿਊਟੇਟ ਕਰਦਾ ਹੈਗਾ, ਇੱਕ ਨਵੀਂ ਫਾਰਮ ਦੇ ਵਿੱਚ ਆ ਕੇ ਵਾਇਰਸ ਜਿਹੜਾ ਹੈਗਾ ਆ, ਕਿਤੇ ਨਾ ਕਿਤੇ ਜਿੱਥੇ ਸਸੈਪਟੇਬਲ ਪਾਪੂਲੇਸ਼ਨ ਹੁੰਦੀ ਆ ਉੱਤੇ ਅਟੈਕ ਕਰਦਾ ਹੈਗਾ, ਬਿਮਾਰੀ ਆਉਂਦੀ ਆ। ਜਦੋਂ ਉਹ ਆਈਸੋਲੇਟ ਕਰਕੇ ਆਪਾਂ ਸੈਪਰੇਟ ਕਰਕੇ ਆਇਡੈਂਟੀਫਾਈ ਕਰਦੇ ਆ, ਵੈਕਸੀਨ ਬਣਦੀ ਹੈਗੀ। ਵੈਕਸੀਨ ਅਗਲੇ ਸਾਲ ਜਦੋਂ ਚੱਲੇਗੀ, ਉਹਦਾ ਇਹ ਫਾਇਦਾ ਸਾਨੂੰ ਜ਼ਰੂਰ ਹੋ ਜਾਏਗਾ ਕਿ ਜਿਹੜੀ ਇਸ ਵਾਇਰਸ ਨਾਲ ਹੁਣ ਬਿਮਾਰੀ ਆਈ ਸੀ, ਇਹ ਅਗਲੇ ਸਾਲ ਨਾ ਆਵੇ। ਪਿੰਡ ਬੇਰਕਲਾਂ ਦੀਆਂ ਔਰਤਾਂ ਮੇਰੇ ਨਾਲ ਨੇ, ਜਿਨ੍ਹਾਂ ਦੇ ਘਰੋਂ ਪਸ਼ੂ ਗਏ ਨੇ। ਕੀ ਨਾਮ ਬੀਬੀ ਤੁਹਾਡਾ? ਪਹਿਲਾਂ ਕੁਲਵਿੰਦਰ ਕੌਰ ਆ ਜੀ। ਕਿੰਨੇ ਪਸ਼ੂ ਤੁਹਾਡੇ ਗਏ ਨੇ? ਮੇਰੇ 3 ਪਸ਼ੂ ਚਲੇ ਗਏ ਜੀ, ਸੂਣ ਵਾਲੇ।
ਹਾਂਜੀ 7ਵੇਂ ਮਹੀਨਾ ਲੱਗਿਆ ਹੋਇਆ ਸੀ। ਗੱਭਣ ਪਸ਼ੂ ਸੀ, ਮਸਾਂ ਅਸੀਂ ਪਸ਼ੂਆਂ ਨੂੰ ਪਾਲਦੇ ਆ, ਮਸਾਂ ਅੱਜ ਤੱਕ ਇੱਥੇ ਤੱਕ ਆਏ ਸੀ ਵੀ ਸ਼ਾਇਦ ਸਾਡੇ ਘਰ ਦਾ ਹਾਲਤ ਬਦਲ ਜੂ, ਪਰ ਉਹਨਾਂ ਨੂੰ ਦੇਖ ਕੇ ਸਾਡੇ ਘਰ ਦੀ ਹਾਲਤ ਬਹੁਤ ਬੁਰੀ ਹਾਲ ਆ। ਬਾਕੀ ਸਾਰੇ ਪਸ਼ੂ ਸਾਡੇ ਉੱਦਾਂ ਹੀ ਡੰਖਰੇ ਨੇ, ਥਣਾ ਵਿੱਚੋਂ ਬਿਲਕੁਲ ਪਾਣੀ ਆ ਰਿਹਾ ਹੈ, ਕੁਛ ਵੀ ਨਹੀਂ ਹੈਗੀ। ਦਵਾ ਡਾਕਟਰ ਅੱਜ ਆਏ ਨੇ, ਉਹ ਵੀ ਦਵਾਈ ਵੀ ਸਾਡੇ ਘਰੋਂ ਚੱਕ ਕੇ ਉਹੀ ਲਾ ਚੁੱਕੇ ਨੇ। ਤੁਹਾਡੇ ਘਰੋਂ ਦਵਾਈਆਂ ਲਾ ਰਹੇ ਨੇ, ਆਪਦੀ ਕੁਛ ਨਹੀਂ ਲੈ ਕੇ? ਅੱਜ ਸਾਡੇ ਘਰੋਂ ਹੀ ਲੱਗੀਆਂ ਨੇ ਵਿੱਚ ਟੀਕੇ, ਜਿਹੜੇ ਪੈਸੇ ਉਹ ਲਾ ਕੇ ਬਸ ਕੇਰਾ ਲਾ ਕੇ ਅੱਜ ਹੀ ਆਏ ਨੇ। ਅਸੀਂ ਬਾਕੀ ਆਪਦਾ ਪ੍ਰਾਈਵੇਟ ਅਸੀਂ ਇਲਾਜ ਕਰਾਇਆ ਸਾਰਾ। ਕੀ ਕਹਿਣਾ ਚਾਹੁੰਦੇ ਹੋ ਪਿੰਡ ਦੀਆਂ ਜੋ ਔਰਤਾਂ ਤੁਸੀਂ ਹੋ, ਤੁਸੀਂ ਜ਼ਿਆਦਾ ਦੇਖਭਾਲ ਕਰਦੇ ਹੋ, ਰੋਜ਼ਾਨਾ ਰਹਿੰਦੇ ਹੋ, ਪਸ਼ੂਆਂ ਦੀ ਦੇਖਭਾਲ ਤੁਸੀਂ ਜ਼ਿਆਦਾ ਕਰਦੇ ਹੋ, ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਹੈ ਹੁਣ? ਨੁਕਸਾਨ ਤਾਂ ਜੀ ਜਮਾ ਹੀ ਖਤਮ ਹੀ ਆ, ਅਸੀਂ ਬਿਲਕੁਲ ਕੋਈ ਹੈ ਹੀ ਨਹੀਂ, ਮਰੇ ਪਏ ਆ ਅਸੀਂ ਤਾਂ ਜਮਾ ਹੀ ਅੱਜ ਦੇ ਘੜੇ। ਜੀ ਤੁਹਾਡੇ ਪਸ਼ੂ ਵੀ ਗਏ ਨੇ? ਹਾਂਜੀ ਆ ਸਾਡਾ ਹੀ ਫਾਰਮ ਆ, ਬਿਲਕੁਲ ਖਤਮ ਆ, ਅਸੀਂ ਤਾਂ ਅੱਜ ਜਮਾ ਹੀ ਬੇਕਾਰ ਹੋ ਚੁੱਕੇ ਆ। ਕਿੰਨੀ ਕਮਾਈ ਸੀਗੀ ਕਮਾਈ ਸਾਡੀ ਹੈਗੀ ਸੀ ਜੀ, ਇਹਨਾਂ ਤੇ ਵਧੀਆ ਸਾਡਾ ਗੁਜ਼ਾਰਾ ਚੱਲਦਾ ਸੀ, ਇੱਕ ਜਾਣੀ ਆਪਦਾ ਗੁਜ਼ਾਰਾ ਚਲਾ ਰਹੇ ਸੀ ਅਸੀਂ। ਅੱਜ ਅਸੀਂ ਆਪਣੇ ਰੁਜ਼ਗਾਰ ਤੋਂ ਵੀ ਬੈਠੇ ਆ, ਬਿਲਕੁਲ ਰੋਟੀ ਪਾਣੀ ਤੋਂ ਵੀ ਸਾਡਾ ਕੰਮ ਔਖਾ ਹੋਇਆ ਪਿਆ, ਅਸੀਂ ਇੰਨੇ ਜ਼ਿਆਦਾ ਔਖੇ ਹੋਏ ਪਏ ਆ। 2.5-3 ਦਾ ਕੱਲ ਨੁਕਸਾਨ ਹੋ ਗਿਆ ਸਾਡਾ, 6 ਪਸ਼ੂ ਕੱਲ ਚਲੇ ਗਏ ਜੀ। ਦੱਸੋ ਅਸੀਂ ਹੁਣ ਕਰੀਏ ਕੀ? ਸਰਕਾਰਾਂ ਤੋਂ ਕੋਈ ਉਮੀਦ ਹੈਗੀ ਹੈ? ਸਰਕਾਰਾਂ ਤੋਂ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ ਜੀ, ਜਾਂ ਸਾਡੇ ਨੇ ਨੁਕਸਾਨ ਹੋ ਗਏ। ਕੀ ਲੱਗਦਾ ਤੁਹਾਨੂੰ? ਤੁਸੀਂ ਕਹਿੰਦੇ 6 ਪਸ਼ੂ ਨੇ, ਤਕਰੀਬਨ ਜੇਕਰ 5000 ਘੱਟੋ ਘੱਟ ਅੱਜ ਕੱਲ੍ਹ ਜਿਹੜੀ ਕੀਮਤ ਹੈ ਪਸ਼ੂ ਦੀ, ਸੌਰੀ 50000 ਕੀਮਤ ਹੈ ਜੀ। ਹਾਂਜੀ 2 ਤਾਂ ਗੱਭਣਾ ਸੀਗੀਆਂ ਸਾਡੀਆਂ, ਜਿਹੜੀਆਂ ਅੱਜ ਲੱਖ ਰੁਪਏ ਦੀਆਂ ਸੀਗੀਆਂ, ਜਿਹੜੀਆਂ ਤੁਰ ਗਈਆਂ। ਬਾਕੀ ਛੋਟੀਆਂ 3 ਹੋਰ ਵੱਡੀਆਂ ਸੀਗੀਆਂ ਗੱਭਣ ਹੋਣ ਵਾਲੀਆਂ। ਤੁਸੀਂ ਆਪੇ ਸੋਚ ਲਓ ਸਾਡਾ ਕਿੰਨਾ ਨੁਕਸਾਨ ਹੋ ਰਿਹਾ। ਇਧਰਲਾ ਸਾਈਡ ਸਾਰੀ ਭਰੀ ਪਈ ਸੀ, ਜਿੱਦਣੇ ਸਾਡੇ ਪਹਿਲਾ ਮੀਡੀਆ ਆਇਆ ਸਾਰਾ ਸਾਈਡ ਭਰੀ ਪਈ ਸੀ ਸਾਡੀ। ਜਿਹੜਾ ਡਾਕਟਰਾਂ ਦੀਆਂ ਟੀਮਾਂ ਇੱਥੇ ਹੈਗੀਆਂ ਨੇ, ਉਹ ਲੱਗਦਾ ਕੋਈ ਕੰਮ ਕਰ ਰਹੀਆਂ ਨੇ? ਦੇਖੋ ਜੀ ਅੱਜ ਲਾ ਕੇ ਗਏ ਨੇ ਸਾਡੇ ਤਾਂ ਪਹਿਲੇ ਦਿਨ ਟੀਕੇ, ਉਹ ਦੇਖੋ ਕੀ ਹੁੰਦਾ ਉਹਦੇ ਨਾਲ, ਰਿਜ਼ਲਟ ਹੁੰਦਾ ਤੁਹਾਡੇ ਸਾਹਮਣੇ ਹੀ ਨੇ। ਗਵਾਂ ਸਾਡੀਆਂ ਤਾਪਮਾਨ ਤਾਂ ਕਹਿੰਦੇ ਬੁਖਾਰ ਤਾਂ ਹਜੇ ਵੀ ਹੈਗਾ। ਹਾਂਜੀ ਹੈਗੇ ਨੇ ਬੁਖਾਰ ਹਜੇ ਉਹਨਾਂ ਨੂੰ ਵੀ। ਇਹਦੀਆਂ ਕੁੜੀ ਦੀਆਂ ਦੇਖੋ, ਇਹਦਾ ਬੁਰੀ ਹਾਲਤ ਹੋਈ ਪਈ ਆ। ਇਹਨਾਂ ਦਾ ਸਿਰਫ ਡੰਗਰਾਂ ਦੇ ਸਿਰ ਤੇ ਗੁਜ਼ਾਰਾ। ਤੁਹਾਡੇ ਕੁਛ ਹੋਰ ਹੈ ਨਹੀਂ ਕਾਰੋਬਾਰ? ਜੀ ਸਾਡੇ ਕੋਲ ਤਾਂ ਖੇਤੀ ਦਾ ਵੀ ਨਹੀਂ, ਇਸ ਤੇ ਖੇਤੀ ਜਿਹੜੀ ਕਰਦੇ ਆ ਠੇਕੇ ਤੇ ਲੈ ਕੇ ਕਰਦੇ ਆ ਸਾਰਾ ਕੁਝ। ਮੈਂ ਆਪ ਖੁਦ ਡੰਗਰ ਆਪ ਸਾਂਭਦੀ ਆ, ਮੈਂ ਸਾਰਾ ਦਿਨ ਮੇਰੇ ਚੁੱਲ੍ਹੇ ਤੇ ਰੋਟੀ ਵੀ ਨਹੀਂ ਸੀ ਬਣਦੀ। ਟੋਟਲ ਕਿੰਨੇ ਡੰਗਰ ਸੀ? ਮੇਰੇ 15 ਡੰਗਰ ਸੀ। 15? 3 ਚਲੇ ਗਏ? ਹਾਂਜੀ 3 ਚਲੇ ਗਏ। 3 ਚਲੇ ਗਏ ਤਾਂ ਘੱਟੋ ਘੱਟ ਨੁਕਸਾਨ ਵਾਕਈ ਆਰਥਿਕ ਤੌਰ ਤੇ ਵੱਡਾ ਆ। ਇੱਕ ਤਾਂ ਕੀਮਤ ਉਹਨਾਂ ਦੀ, ਤੁਸੀਂ ਕਹਿੰਦੇ ਹੋ ਗੱਭਣ ਸੀ, ਤੇ ਗਾਂ ਜਿਹੜਾ ਦੁੱਧ ਉਹਨਾਂ ਦਾ ਆਉਣਾ ਸੀ, ਉਹ ਉਦੋਂ ਬਾਅਦ ਜਿਹੜਾ ਕਿ ਨੁਕਸਾਨ ਆ, ਬਹੁਤ ਜ਼ਿਆਦਾ ਨੁਕਸਾਨ ਆ ਜੀ। ਇਸ ਤਾਂ ਘਾਟੇ ਤੋਂ ਘਾਟੇ 'ਚ ਹੀ ਜਾ ਰਹੇ ਆ। ਹੁਣ ਤਾਂ ਐਂ ਲੱਗਦਾ ਵੀ ਆਪ ਦੀ ਵੀ ਜ਼ਿੰਦਗੀ ਖਤਮ ਕਰ ਲਈਏ, ਐਦਾਂ ਹੋਇਆ ਪਿਆ। ਇਦਾਂ ਦੇ ਕਦਮ ਤਾਂ ਨਹੀਂ ਚੁੱਕਣੇ, ਸਾਡੀ ਤਾਂ ਅਪੀਲ ਇਹੀ ਹੈ। ਪਰ ਸਰਕਾਰਾਂ ਤੋਂ ਕੋਈ ਉਮੀਦ ਹੈਗੀ ਹੈ ਕਿਸੇ ਤਰ੍ਹਾਂ ਦੀ? ਸਰਕਾਰ ਤੋਂ ਉਮੀਦ ਹੈਗੀ, ਪਰ ਸਰਕਾਰ ਸਾਨੂੰ ਕੁਛ ਦਿੰਦੀ ਨਹੀਂ। ਪਹਿਲੀ ਗੱਲ ਤਾਂ ਸਾਡੇ ਡੰਗਰਾਂ ਨੂੰ ਆ ਕੇ ਦੇਖਦੇ, ਉਹ ਟੀਕੇ ਵਗੈਰਾ ਲਾਉਂਦੇ, ਉਹਨਾਂ ਨੇ ਤੱਕ ਸਾਡੀ ਬਾਤ ਵੀ ਨਹੀਂ ਪੁੱਛੀ ਹੈਗੀ। 10 ਦਿਨ ਹੋ ਗਏ ਸਾਡੇ ਪਿੰਡ 'ਚ ਡੰਗਰਾਂ ਨੂੰ ਹਾਲਤ ਇਦਾਂ ਦੀ ਹੋਈ, ਉਹ ਹਜੇ ਤੱਕ ਆ ਕੇ ਕਿਸੇ ਨੇ ਕੋਈ ਪੁੱਛੇ। ਜਦੋਂ ਵੋਟਾਂ ਆਉਣਗੇ ਉਦੋਂ ਆ ਕੇ ਖੜ ਜਾਣਗੇ ਸਾਰੇ, ਉਦੋਂ ਪਹਿਲਾਂ ਤਾਂ ਕਿਸੇ ਨੇ ਵੀ ਨਹੀਂ ਪੁੱਛਣਾ ਹੈਗਾ। ਸਾਡੇ ਕੋਈ ਸਾਡੀ ਸੁਣ ਨਹੀਂ ਰਿਹਾ ਹੈਗਾ, ਬੁਰੀ ਹਾਲਤ ਹੋਈ ਪਈ ਆ। ਸਾਡੇ ਡੰਗਰਾਂ 'ਚ ਕੋਲੇ ਵੀ ਨਹੀਂ ਖੜਿਆ ਜਾਂਦਾ, ਇੰਨੀ ਸਮੈਲ ਆਉਂਦੀ ਆ। ਇਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ, ਉਹਨਾਂ ਦਾ ਕਹਿਣਾ ਹੈ ਕਿ 100 ਪਸ਼ੂਆਂ ਦੀ ਮੌਤ ਹੋ ਗਈ ਹੈ। ਜੇਕਰ ਇਹਨਾਂ ਦੀ ਸਾਂਭ ਸੰਭਾਲ ਨਹੀਂ ਹੁੰਦੀ, ਬਿਮਾਰੀ ਨਹੀਂ ਮੁੱਕਦੀ, ਤਾਂ ਸ਼ਾਇਦ ਗਾਂ ਬੰਦਿਆਂ ਨੂੰ ਵੀ ਬਿਮਾਰੀ ਪੈ ਸਕਦੀ ਹੈ, ਪਿੰਡ 'ਚ ਵੱਡਾ ਨੁਕਸਾਨ ਹੋ ਸਕਦਾ। ਬਹੁਤ ਜ਼ਿਆਦਾ ਨੁਕਸਾਨ ਆ। ਪਹਿਲਾਂ ਚੱਕਣ ਵਾਲੇ ਨਹੀਂ ਸੀ ਆਉਂਦੇ ਹੈਗੇ, ਅਸੀਂ ਆਪ ਖੁਦ ਸੱਟ ਕੇ ਆਏ ਆ। ਜਦੋਂ ਅਸੀਂ ਆਪ ਖੁਦ ਸੱਟ ਕੇ ਆਏ, ਜਦੋਂ ਘਰ ਦੇ ਵਾਪਸ ਆਏ, ਉਹਨਾਂ 'ਚੋਂ ਵੀ ਸਮੈਲ ਆਉਂਦੀ ਸੀ ਬਹੁਤ ਜ਼ਿਆਦਾ। ਸਾਤੋਂ ਆਪ ਅੰਦਰ ਚੀਜ਼ਾਂ ਨਹੀਂ ਸੀ ਬਣਦੀਆਂ, ਅਸੀਂ ਆਪ ਆਪਦੇ ਹੱਥਾਂ ਨਾਲ ਸੰਦੇ ਧੋਤੇ ਨੇ ਜਿਹੜੇ ਸੱਟ ਕੇ ਆਏ ਨੇ। ਇੰਨੀ ਬੁਰੀ ਹਾਲਤ ਸੀ ਸਾਡੀ, ਬਹੁਤ ਜ਼ਿਆਦਾ ਜੀ, ਬਹੁਤ। ਬੀਬੀ ਕੀ ਕਹਿਣਾ ਆ ਜੋ ਪਿੰਡ 'ਚ ਵਾਪਰ ਰਿਹਾ ਇਸ ਵਕਤ? ਹਾਂਜੀ ਸਾਡੇ ਵੀ 4 ਪਸ਼ੂ ਖੜੇ ਨੇ। ਹਾਂ ਇੱਕ ਬੈੜੀ ਮਰੀ ਗਈ, ਦੇ ਲਾ ਉੱਤੇ ਲੱਗੂ ਲੱਗਾ, ਤੈਨੂੰ ਪਤਾ ਹੀ ਪੈਸਾ। ਦੁੱਧ ਅਸੀਂ ਮੁੱਲ ਲੈ ਕੇ ਆਉਂਦੇ ਆ। ਸਾਡੀ ਦੁੱਧ ਨਹੀਂ, ਮਾਰੇ ਦੁੱਧ ਨਹੀਂ ਪੀਂਦੇ ਹੋਵੋਗੇ ਕਿਤੇ? ਹਾਂ ਹੈ ਹੀ ਨਹੀਂ ਦੁੱਧ। ਹੁਣ ਅਸੀਂ ਡੈਰੀ 'ਚੋਂ ਵੀ ਸੁੱਕੇ ਦੁੱਧ ਦੀ ਚਾਹ ਬਣਾਉਂਦੇ ਆ ਵੀ ਕਿਤੇ ਹੋਰ ਬਿਮਾਰੀ ਸਾਨੂੰ ਨਾ ਲੱਗ ਜੇ। ਕੋਈ ਬਿਮਾਰੀ ਤਾਂ ਤੁਹਾਨੂੰ ਪਤਾ ਹੀ, ਅੱਗੇ ਦਵਾਈਆਂ ਖਾਈ ਜਾਂਦੇ ਕਿ ਜੇ ਇਲਾਜ ਕਰਾਇਆ ਸੀ ਉਹ ਬੈੜੀ ਦਾ, ਤੁਸੀਂ ਕਹਿੰਦੇ ਹੋ, ਤੇ ਪੈਸਾ ਤਾਂ ਲਾਇਆ ਹੀ ਹੋਣਾ ਕਮਾਣਾ ਮੋਟਾ। ਪੈਸਾ ਜੀ 20000 ਰੁਪਇਆ ਲੱਗਿਆ ਉੱਤੇ, ਨਹੀਂ ਬਚੀ ਨਹੀਂ ਹੈਗੀ ਬੈੜੀ ਤੇ 20? ਹਾਂ 20000 ਬਚੇ ਨਹੀਂ। ਫਿਰ ਵੀ ਦੇ ਲੈ ਖੜ ਚੱਕ ਕੇ ਖੜੀ ਕਰਦੇ ਤੇ ਛੇਕੜ ਨੂੰ ਉਹ ਮਰ ਕੇ ਖੜਾ ਛੁੱਟਿਆਗਾ। ਸੱਟ ਲੱਗੀ ਦੀ ਵਿਚਾਰੀ, ਤਲਕੇ ਡਿੱਗ ਪਈ ਬੇਹੋਸ਼ ਹੋ ਕੇ। ਇਹ ਤਾਂ ਚਲੋ ਜਿਹੜੀ ਮਰ ਗਈ, ਜਿਹੜੀ ਇਦੋਂ ਬਾਅਦ ਨੁਕਸਾਨੀਆਂ ਗਈਆਂ, ਜਿਵੇਂ ਹੁਣ ਇਹਦੇ ਖੁਰ ਖਰਾਬ ਹੁੰਦੇ ਨੇ ਜਾਂ ਅੱਗੇ ਜਿਹੜੀਆਂ ਹੋਰ ਨੇ ਦਵਾਈਆਂ ਲਾਈਆਂ ਨੇ। ਅੱਜ ਡਾਕਟਰ ਟੀਕੇ ਲਾ ਕੇ ਗਏ ਨੇ, ਬੁਰਾ ਹਾਲ ਹੈ। ਜਾ ਕੇ ਤੁਸੀਂ ਦੇਖ ਲਓ ਆਪਣੇ ਘਰੇ ਕੀ ਬਣਿਆ ਪਿਆ। ਸਾਰੇ ਘਰ ਸਾਡੇ ਨੇ ਕੁਛ ਸਾਰਿਆਂ ਦੇ। ਸਾਡੇ ਏਡੇ ਏਡੇ ਸੈੱਟ ਪਾਏ ਹੋਏ ਨੇ, ਮਤਲਬ ਖਾਲੀ ਪਏ ਨੇ ਅੱਜ ਦੀ ਘੜੀ ਜਮਾਈ। ਅਸੀਂ ਸਰਕਾਰ ਤੋਂ ਇਹ ਕਹਿੰਦੇ ਆ ਵੀ ਜਿਹੜੇ ਸਾਡੇ ਡੰਗਰ ਖੜੇ ਨੇ ਉਹਨਾਂ ਨੂੰ ਤਾਂ ਦਵਾਈ ਦਿੱਤੀ ਜਾਵੇ। ਉਹ ਤਾਂ ਸਰਕਾਰੀ ਡਾਕਟਰ ਆ ਕੇ ਚੈੱਕ ਕਰਨ, ਉਹ ਵੀ ਨਹੀਂ ਆਉਂਦੇ, ਕੋਈ ਵੀ ਨਹੀਂ ਆ ਰਿਹਾ। ਪ੍ਰਾਈਵੇਟ ਡਾਕਟਰ ਵੀ ਡਰਦੇ ਸਾਡੇ ਪਿੰਡ 'ਚੋਂ ਬੰਦ ਹੋ ਗਏ। ਤੁਸੀਂ ਇਹ ਦੇਖੋ ਹੁਣ ਸਾਡੀ ਕੀ ਹਾਲਤ ਹੋਈ ਪਈ ਆ ਸਾਡੇ ਘਰਾਂ ਦੀ, ਕੋਈ ਹਾਲਤ ਨਹੀਂ। ਅਸੀਂ ਇਹ ਕਹਿੰਦੇ ਵੀ ਸਰਕਾਰ ਸਾਨੂੰ ਦਵਾਈ ਦੇਵੇ ਸਾਡੇ, ਮਤਲਬ ਡੰਗਰਾਂ ਨੂੰ ਜਿਹੜੇ ਰਹਿ ਗਏ ਨੇ ਉਹ ਤਾਂ ਸਾਂਭੇ ਜਾਣ ਡੰਗਰ।
ਕੁਛ ਵੀ ਨਹੀਂ, ਇਸ ਤੇ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਜੀ ਸਾਡਾ ਤਾਂ। ਦੁੱਧ ਵੀ ਨਹੀਂ ਡਾਰੀਆਂ ਚੋਂ ਲਿਆ ਸਕਦੇ, ਉਹ ਵੀ ਬਿਮਾਰੀਆਂ ਤੋਂ ਡਰਦੇ ਆ। ਉਹ ਵੀ ਸੁੱਕੇ ਦੁੱਧ ਦੀ ਚਾਹ ਕਰਦੇ ਆ ਵੀ ਕਿਤੇ ਹੋਰ ਨਾ ਬਿਮਾਰੀ ਫੈਲਰ ਜੇ। ਪਿੰਡ ਬੇਰਕਲਾਂ ਵਿੱਚ ਲਗਾਤਾਰ ਜਿਹੜੇ ਪਸ਼ੂ ਆ ਉਹ ਮਰਦੇ ਨਜ਼ਰ ਆ ਰਹੇ ਨੇ। ਲੋਕਾਂ ਦਾ ਜਾਂ ਕਿਸਾਨਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਪੁੱਤਾਂ ਵਾਂਗ ਪਾਲੇ ਨੇ, ਉਹਨਾਂ ਦਾ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋ ਰਿਹਾ ਆ। ਮੇਰੇ ਨਾਲ ਇੱਕ ਜਿਹੀ ਕਿਸਾਨ ਨੇ ਜੋ ਪੀੜਤ ਨੇ ਇਸ ਮਾਮਲੇ ਦੇ ਵਿੱਚ, ਗੁਰਪ੍ਰੀਤ ਸਿੰਘ, ਉਹਨਾਂ ਦੇ ਵੀ ਪਸ਼ੂ ਜਿਹੜੇ ਕਿ ਮਰੇ ਨੇ। ਸਰ ਕਿੰਨੇ ਪਸ਼ੂ ਮਰੇ ਨੇ ਤੁਹਾਡੇ? ਸਾਡੇ ਐਕਚੁਅਲੀ 4 ਪਸ਼ੂ ਨੇ ਜਿਹੜੇ ਹੁਣ ਤੱਕ ਉਹ ਡੈੱਡ ਹੋ ਚੁੱਕੇ ਨੇ ਜੀ। ਬਾਕੀ ਲਗਭਗ ਸਾਡੇ ਕੋਲ 100 ਦੇ ਕਰੀਬ ਐਨੀਮਲ ਆ ਜਿਹੜਾ ਸਾਰਾ ਹੀ ਮਤਲਬ ਕਿ ਅਫੈਕਟਡ ਹੋਇਆ। ਸਾਰੇ ਜਾਨਵਰ ਆ ਜਿਹੜੇ ਇਸ ਟਾਈਮ ਪ੍ਰੋਬਲਮ ਦੇ ਵਿੱਚ ਨੇ ਜੀ। ਤੇ ਜਦੋਂ ਇਹ ਬਿਮਾਰੀ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਪਸ਼ੂਆਂ ਦੇਖਣ ਨੂੰ ਮਿਲਦੀ ਆ ਤਾਂ ਕਿਸ ਤਰੀਕੇ ਨਾਲ ਜਿਹੜੀ ਟੀਮ ਹੈ ਜਾਂ ਜੋ ਇੱਥੇ ਪਸ਼ੂ ਪਾਲਣ ਵਿਭਾਗ ਹੁੰਦਾ ਆ ਉਹਦੇ ਨਾਲ ਸੰਪਰਕ ਕੀਤਾ ਗਿਆ ਤਾਂ ਕੀ ਐਕਸ਼ਨ ਸੀ ਉਹਨਾਂ ਦਾ? ਸਰ ਜੇ ਟੀਮ ਦੀ ਗੱਲ ਕਰਦਾ, ਮੈਂ ਜਿੰਨੇ ਵੀ ਇੱਥੇ ਡਾਕਟਰਸ ਨੇ, ਇੰਸਪੈਕਟਰਸ ਨੇ, ਜਾਂ ਈਵਨ ਦਨ 2 ਮੁੰਡੇ ਕਲਾਸ 4 ਵੀ ਨੇ, ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਜਦ ਤੋਂ ਮੈਂ ਇਹਨਾਂ ਨੂੰ ਫੋਨ ਕੀਤਾ 2 ਘੰਟੇ ਦੇ ਵਿੱਚ 2 ਘੰਟਿਆਂ ਤੋਂ ਬਾਅਦ ਸਾਡੇ ਕੋਲ ਇਹ ਆ ਗਏ ਸੀਗੇ। ਐਕਚੁਅਲੀ ਇਹਨਾਂ ਦਾ ਮੈਂ ਹੁਣ ਇਸ ਟਾਈਮ ਜਿਹੜੀ ਇਹ ਸਥਿਤੀ ਸੀ ਮੈਂ ਦੇਣ ਨਹੀਂ ਦੇ ਸਕਦਾ ਕਿਉਂਕਿ ਮੇਰੇ ਕੋਲ 8 ਵਜੇ ਆ ਜਾਂਦੇ ਆ। 8 ਵਜੇ ਤੋਂ 5 ਵਜੇ ਤੱਕ ਐਨੀਮਲ ਹੀ ਇੰਨੇ ਸੀਗੇ ਵੀ 5 ਵੱਜ ਜਾਂਦੇ ਆ ਸਾਨੂੰ ਟਰੀਟ ਕਰਨ ਨੂੰ। ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਥੋੜ੍ਹੇ ਦਿਨ ਪਹਿਲਾਂ ਡਿਪਟੀ ਡਾਇਰੈਕਟਰ ਸਾਹਿਬ ਆਏ ਸੀਗੇ, ਅੱਜ ਡਾਇਰੈਕਟਰ ਸਾਹਿਬ ਆਏ ਨੇ। ਉਹਨਾਂ ਨੇ ਦਵਾਈ ਵੀ ਹੁਣ ਪ੍ਰੋਵਾਈਡ ਕਰਵਾਈ ਆ। ਪਰ ਅਸੀਂ ਪਿਛਲਾ ਹਫ਼ਤਾ ਜਿਹੜਾ ਆਪਦੇ 'ਤੇ ਝੱਲਿਆ, ਮਤਲਬ ਕਦੇ ਅਸੀਂ ਖੰਨੇ ਤੋਂ ਜਾ ਕੇ ਦਵਾਈ ਪਰਚੇਜ ਕੀਤੀ ਆ, ਕਦੇ ਲੁਧਿਆਣਿਓਂ, ਕਦੇ ਮਰੇਕੋਲਿਓਂ। ਈਵਨ ਦੈਨ ਡਾਕਟਰ ਸਾਹਿਬ ਗਵਾਹ ਨੇ ਇਸ ਚੀਜ਼ ਦੇ ਵੀ ਮੈਂ ਤਾਂ 5 ਦਿਨ ਪਿਛਲੇ ਨਾ ਗੱਡੀ 'ਚ ਹੀ ਰਿਹਾ ਦਵਾਈ ਲਿਆਉਣ ਲਈ। ਅਤੇ ਹੁਣ ਸਾਨੂੰ ਇਸ ਵਿਭਾਗ ਨੇ ਵੀ ਥੋੜ੍ਹੀ ਬਹੁਤ ਦਵਾਈ ਆ ਜਿਹੜੀ ਪ੍ਰੋਵਾਈਡ ਕਰਵਾਈ ਆ। ਤੁਹਾਨੂੰ ਮੌਕੇ 'ਤੇ ਦਵਾਈ ਨਹੀਂ ਮਿਲੀ? ਨਹੀਂ, ਮੌਕੇ 'ਤੇ ਦਵਾਈ ਨਹੀਂ ਮਿਲੀ। ਅਸੀਂ ਲਗਭਗ 15 ਤੋਂ 20 ਹਜ਼ਾਰ ਰੁਪਏ ਦੀ ਦਵਾਈ, ਸਾਰੇ ਡਾਕਟਰਸ ਗਵਾਹ ਨੇ, ਜਿਹੜੀ ਅਸੀਂ ਬਾਹਰੋਂ ਲਿਆ ਕੇ ਇੱਥੇ ਮਤਲਬ ਲਵਾਉਂਦੇ ਰਹੇ ਹਾਂ। ਬਟ ਫਿਰ ਵੀ ਮੈਂ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਵੀ ਜਦੋਂ ਇਹ ਸੁਣਨ ਦੇ ਵਿੱਚ ਆਉਂਦਾ ਵੀ ਇਹਦੇ ਸੈਂਪਲ ਫੇਲ ਹੋ ਗਏ। ਸ਼ਾਇਦ ਇਹ ਜੇ ਗੱਲਾਂ ਨੇ ਜਿਹੜੀਆਂ 80% ਸ਼ੇਅਰ ਫਲਾਨੀ ਗੌਰਮੈਂਟ ਦਾ ਆ, ਪੰਜਾਬ ਗੌਰਮੈਂਟ ਦਾ ਆ, ਅਸੀਂ ਇਸ ਚੀਜ਼ ਨੂੰ ਨਹੀਂ ਜਾਣਦੇ। ਅਸੀਂ ਸਿਰਫ ਡਿਪਾਰਟਮੈਂਟ ਨੂੰ ਦੇਖਦੇ ਹਾਂ ਵੀ ਸਾਡੇ ਲਈ ਉਹਨਾਂ ਨੇ ਵੈਕਸੀਨ ਪ੍ਰੋਵਾਈਡ ਕਰਵਾਈ ਜਾਂ ਨਹੀਂ ਕਰਵਾਈ। ਬੜੀ ਹੈਰਾਨੀ ਦੀ ਗੱਲ ਹੋਈ ਜਦੋਂ ਨਵੰਬਰ ਦੇ ਵਿੱਚ ਵੈਕਸੀਨ ਫੇਲ ਹੋ ਜਾਂਦੀ ਆ, ਉਸ ਤੋਂ ਬਾਅਦ ਹਾਲ ਤੱਕ ਲੱਗੀ ਹੋਈ ਨਹੀਂ। ਇਹਦੇ ਵਿੱਚ ਸਾਡਾ ਦੱਸੋ ਸਰ, ਸਾਡਾ ਕੀ ਫਾਲਟ ਆ? ਡਾਇਰੈਕਟਰ ਸਾਹਿਬ ਨਾਲ ਖੜੇ ਨੇ, ਮੈਂ ਤਾਂ ਇਹਨਾਂ ਨੂੰ ਵੀ ਪੁੱਛ ਵੀ ਜ਼ਿਮੀਂਦਾਰ ਦਾ ਕੀ ਫਾਲਟ ਆ ਜਿਨ੍ਹਾਂ ਨੇ ਇਸ ਫਾਰਮ ਨੂੰ ਸਟੈਬਲਿਸ਼ ਕਰਨ ਦੇ ਲਈ ਇੰਨੀ ਮਿਹਨਤ, ਅਣਥੱਕ ਮਿਹਨਤ ਕੀਤੀ ਆ। ਮੇਰੇ ਪਿੰਡ ਦੇ ਵਿੱਚ ਐਸਡੀਆਂ ਟ੍ਰੈਜਡੀਆਂ ਹੋਈਆਂ ਨੇ, 2-2 ਜਾਨਵਰ ਵੀ ਨੇ ਜਿਹਦੇ ਘਰੇ ਉਹਨਾਂ ਦਾ ਇੱਕ ਜਾਨਵਰ ਵੀ ਜਿਸ ਪਰਿਵਾਰ ਦਾ ਚਲਾ ਗਿਆ, ਉਹ ਕਿੱਥੋਂ ਭਰਪਾਈ ਕਰ ਪਾਉਣਗੇ? ਪਲੀਜ਼ ਮੈਂ ਡਾਇਰੈਕਟਰ ਸਾਹਿਬ ਨੂੰ ਤੁਹਾਡੇ ਜ਼ਰੀਏ ਫਿਰ ਵੀ ਨਾਲ ਖੜੇ ਨੇ ਮੇਰੇ, ਮੈਂ ਉਹਨਾਂ ਨੂੰ ਮੇਰੇ ਕੋਲ ਆਏ ਨੇ, ਵੈਲਕਮ ਕਰਦਾ। ਪਰ ਮੈਂ ਰਿਕੁਐਸਟ ਕਰਦਾ ਉਹਨਾਂ ਨੂੰ ਵੀ ਸਾਡੀ ਜੋ ਮੈਡੀਕਲ ਟਰੀਟਮੈਂਟ ਆ ਜਾਂ ਸਾਡੇ ਇੰਜਰਡ ਹੋਏ ਆ ਜਿਹੜੇ ਪਸ਼ੂ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਵੀ ਜਿਹੜਾ ਅਗਲਾ ਸੂਆ ਉਹ ਮੈਨੂੰ ਦਿਖ ਰਿਹਾ ਵੀ ਮੈਨੂੰ ਇਹ ਇੱਥੇ ਕਹਿ ਕੇ ਗੱਲ ਨਹੀਂ ਮੁੱਕ ਜਾਣੀ ਵੀ 4 ਪਸ਼ੂ ਡੈਡ ਹੋ ਗਏ। 10 ਐਨੀਮਲ ਤਾਂ 15 ਇਹੋ ਜਿਹੇ ਹੋ ਜਾਣੇ ਨੇ, ਕਿਸੇ ਦਾ ਥਣ ਟੁੱਟ ਜਾਣਾ, ਕਿਸੇ ਦੀ ਜੀਭ ਟੁੱਟ ਜਾਣੀ ਆ, ਕਿਸੇ ਦੇ ਪੈਰ ਟੁੱਟ ਜਾਣੇ ਨੇ। ਤੁਸੀਂ ਆਪਣੇ ਆਪ ਇਹ ਲਾ ਕੇ ਚੱਲੋ ਵੀ ਲੱਖ ਰੁਪਏ ਤੋਂ ਥੱਲੇ ਐਨੀਮਲ ਕੋਈ ਨਹੀਂ ਤਿਆਰ ਹੁੰਦਾ ਜੇ ਅਸੀਂ ਘਰ ਦੇ ਵਿੱਚ ਵੀ ਕਰਦੇ ਹਾਂ। ਅਸੀਂ ਉਹਦੀ ਭਰਪਾਈ ਆ ਜਿਹੜੀ ਕਿਸ ਤਰ੍ਹਾਂ ਕਰ ਪਾਵਾਂਗੇ? ਕੀ ਡਾਇਰੈਕਟਰ ਜੀ ਤੋਂ ਲੈ ਲੈਂਦੇ ਆ। ਹਰਵਿੰਦਰ ਜੀ, ਸਵਾਲ ਬਿਲਕੁਲ ਵਾਜਿਬ ਹੈ ਕਿ ਦਵਾਈ ਲੈਣ ਲਈ ਉਹ 5-6 ਦਿਨ ਭੱਜਦੇ ਨੱਠਦੇ ਰਹੇ। ਵਿਭਾਗ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਮੌਕੇ 'ਤੇ ਦਵਾਈ ਨਹੀਂ ਮਿਲਦੀ? ਜਦੋਂ ਕਿਸੇ ਵੀ, ਤੁਹਾਨੂੰ ਪਤਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਪਿੰਡ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਆ, ਲੋਕਲ ਵੀਓ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਫਾਰਮਰ ਤੋਂ। ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਸਾਡੇ ਜਿਹੜੇ ਪੋਲੀ ਕਲੀਨਿਕ ਹੈ ਉੱਥੇ ਜਿਹੜੇ ਪੈਥੋਲੋਜਿਸਟ ਆ ਉਹਨਾਂ ਨਾਲ ਕੰਸਲਟ ਕਰਕੇ ਜਦੋਂ ਲੋਕਲ ਵੀਓ ਵੇਖਦਾ ਕਿ ਇਹ ਕੰਮ ਜ਼ਿਆਦਾ ਗਿਣਤੀ ਵਧਣੀ ਸ਼ੁਰੂ ਹੋ ਗਈ ਆ, ਡਿਪਟੀ ਡਾਇਰੈਕਟਰ ਇਨਫਾਰਮ ਹੁੰਦਾ। ਜੇ ਇਸੇ ਤਰ੍ਹਾਂ ਹੀ ਜਦੋਂ ਭਾਈ ਸਾਹਿਬ ਦੇ ਇੱਥੇ ਪ੍ਰੋਬਲਮ ਆਈ ਆ ਤੇ ਪਹਿਲੇ 3-4 ਦਿਨ ਜਿਹੜੀ ਇਹਨਾਂ ਨੂੰ ਪ੍ਰੋਬਲਮ ਝੱਲੀ ਆ, ਉਸ ਤੋਂ ਬਾਅਦ ਜਦੋਂ ਜਿਵੇਂ ਹੀ ਪਤਾ ਲੱਗਾ ਮਹਿਕਮੇ ਨੂੰ ਇਮੀਡੀਏਟਲੀ RDDL ਦੀਆਂ ਟੀਮਾਂ ਵੀ ਰਸ਼ ਕੀਤੀਆਂ, ਟਰੀਟਮੈਂਟ ਦੀਆਂ ਟੀਮਾਂ ਉਸ ਵੇਲੇ ਪ੍ਰੈਸ ਕਰ ਦਿੱਤੀਆਂ ਇਸ ਪੂਰੇ ਪਿੰਡ ਵਿੱਚ ਜਿੱਥੇ ਵੀ ਲੋੜ ਸੀਗੀ, ਤੇ ਉਹ ਆਪਣਾ ਕੰਮ ਕਰ ਰਹੀਆਂ। ਡਾਕਟਰ ਸਾਹਿਬ 3-4 ਦਿਨਾਂ ਦੇ ਵਿੱਚ ਇਹਨਾਂ ਦਾ ਤਾਂ 4-5 ਲੱਖ ਦਾ ਨੁਕਸਾਨ ਹੋ ਗਿਆ ਨਾ ਜਿਸ ਤਰੀਕੇ ਨਾਲ ਕਹਿੰਦੇ ਨੇ, ਜਾਂ ਉਦੋਂ ਬਾਅਦ ਭਵਿੱਖ ਦੇ ਵਿੱਚ ਇਹ ਨੁਕਸਾਨ ਦੀ ਭਰਪਾਈ ਪਤਾ ਨਹੀਂ ਕਿਵੇਂ ਹੋਣੀ ਆ। ਜਿੰਨੀ ਦੇਰ ਤੱਕ ਜਦੋਂ ਆਪਾਂ ਇੱਕ ਵਾਰ ਪਤਾ ਲੱਗਦਾ ਉਸ ਤੋਂ ਬਾਅਦ ਟੀਮਾਂ ਭੇਜਦੇ ਆ, ਉਹਦੇ ਸੈਂਪਲ ਲੈ ਜਾਂਦੇ, ਚੈੱਕ ਕਰਦੇ, ਉਹਨੂੰ ਉਸ ਚੀਜ਼ ਨੂੰ ਵੀ 1-2 ਦਿਨ ਲੱਗਦਾ ਨਾ ਟਾਈਮ ਨੂੰ ਚੈੱਕ ਹੋਣ ਨੂੰ। ਪਰ ਨਵੰਬਰ ਜਿਹੜੇ ਸੈਂਪਲ ਫੇਲ ਹੋਏ ਸੀ ਉਹ ਅਗਸਤ ਤੱਕ ਆ ਕੇ ਵੀ ਸੈਂਟਰ ਗੌਰਮੈਂਟ ਨੂੰ ਪਤਾ ਨਾ ਜੀ, ਸੈਂਟਰ ਗੌਰਮੈਂਟ ਸਾਨੂੰ ਵੈਕਸੀਨ ਦੇਗੀ ਸਟੇਟ ਨੂੰ, ਤਾਂ ਹੀ ਵੈਕਸੀਨ ਲੱਗੇਗੀ ਨਾ ਜੀ। ਸਾਡੇ ਡਾਕਟਰ ਤਾਂ ਵੇਟ ਕਰੀ ਜਾਂਦੇ ਆ। ਹੁਣ ਉਹ ਕਹਿੰਦੇ ਸੈਂਟਰ ਤੋਂ ਲੈਟਰ ਆਈ ਹੈ ਜੀ ਅਗਲੇ ਮਹੀਨੇ ਆ ਰਹੀ ਆ, ਤੇ ਜਿਵੇਂ ਹੀ ਆਏਗੀ ਇਮੀਡੀਏਟਲੀ ਅਸੀਂ ਵੈਕਸੀਨ ਦੀਆਂ ਸਾਡੀਆਂ ਟੀਮਾਂ ਤਿਆਰ ਆ, ਲੱਗ ਜਾਣੀਆਂ ਸਾਰੇ ਪਿੰਡ ਵਿੱਚ। ਸਰਕਾਰ ਦੀ ਨਾਕਾਮੀ ਜ਼ਰੂਰ ਹੈ ਕਿ ਮੌਸਮ ਖਰਾਬ ਹੋਣਾ ਹੈ, ਹੁਣ ਬਿਮਾਰੀ ਆ ਰਹੀ ਹੈ ਤੇ ਜਿਹੜੀ ਦਵਾਈ ਆਉਣੀ ਆ ਉਹ ਹਜੇ ਅਗਲੇ ਮਹੀਨੇ ਤੱਕ ਆ ਰਹੀ ਹੈ। ਚਿੱਠੀਆਂ ਇਹਨਾਂ ਨੂੰ ਕੋਲ ਆ ਰਹੀਆਂ ਨੇ। ਜ਼ਮੀਨੀ ਪੱਧਰ ਜਦੋਂ ਕੁਝ ਹੋਰ ਹੋਵੇਗਾ, ਜ਼ਮੀਨੀ ਹਕੀਕਤ ਕੁਝ ਹੋਰ ਹੋਵੇਗੀ, ਕਿੰਨਾ ਕੁ ਨੁਕਸਾਨ ਮੰਨ ਲਈਏ ਜੀ ਤੁਹਾਡਾ? ਨੁਕਸਾਨ ਤਾਂ ਜੀ ਮੈਨੂੰ ਸਿਆਣੇ ਆ ਸਾਰੇ ਡਾਕਟਰ ਸਾਹਿਬਾਨ, ਡਾਇਰੈਕਟਰ ਸਾਹਿਬਾਨ ਖੜੇ ਆ, ਇਹਨਾਂ ਨੂੰ ਵੀ ਦਿਖ ਰਿਹਾ ਵੀ ਕਿੰਨਾ ਕੁ ਨੁਕਸਾਨ ਹੈ। ਮੇਰਾ
ਇਸ ਟਾਈਮ ਟ੍ਰਾਂਜੈਕਸ਼ਨ ਪੀਰੀਅਡ ਦੇ ਵਿੱਚ ਜੀ ਜਦ ਕਿ ਡਰਾਈ ਦਾ ਟਾਈਮ ਚੱਲ ਰਿਹਾ ਸੀਗਾ, ਹੁਣ ਵੀ ਮੇਰੇ ਕੋਲ 450 ਲੀਟਰ ਦੁੱਧ ਸੀਗਾ ਇਸ ਟਾਈਮ, ਜਿਹੜਾ ਅਸੀਂ ਸਿਰਫ ਸਾਡੇ ਕੋਲ 70 ਲੀਟਰ ਦੁੱਧ ਆ, ਉਹ ਵੀ ਸਿਰਫ ਕੀ ਆ ਵੀ ਸਾਡੇ ਇਹਨਾਂ ਦੇ ਜਿਹੜੇ ਥਾਣਾ ਜਾਂ ਚੱਡਾ ਉਹ ਖਰਾਬ ਨਾ ਹੋਵੇ, ਸਿਰਫ ਉਹਨੂੰ ਇੱਕ ਨਿਚੋੜਨ ਲਈ ਆ, ਉਹਨੂੰ ਸਾਫ਼ ਕਰਨ ਲਈ ਇੰਨਾ ਕੁ ਸਾਡੇ ਕੋਲ ਇਹ ਜਿਹੜਾ ਦੁੱਧ ਬਚਿਆ ਹੈਗਾ ਆ। ਪਰ ਹੈਰਾਨੀ ਆ, ਮੈਂ ਮੰਨਦਾ ਆ ਵੀ ਸੈਂਪਲ ਫੇਲ ਹੋ ਗਏ, ਅੱਜ ਵੀ ਵੈਕਸੀਨ ਉਹ ਬਾਜ਼ਾਰ ਦੇ ਵਿੱਚ ਵਿਕ ਰਹੀ ਆ। ਜੇ ਉਹਦੇ ਸੈਂਪਲ ਫੇਲ ਨੇ ਤਾਂ ਉਹ ਤੇ ਕਿਉਂ ਨਹੀਂ ਛਾਪਾਮਾਰੀ ਹੋ ਰਹੀ, ਕਿਉਂ ਨਹੀਂ ਉਹਨੂੰ ਬੰਦ ਕਰਾਇਆ ਜਾਂਦਾ? ਵੱਡਾ ਸਵਾਲ ਕਾਲੂ ਸਾਹਿਬ, ਵੱਡਾ ਸਵਾਲ ਹੈ। ਜੇ ਸੈਂਪਲ ਫੇਲ ਨੇ, ਦਵਾਈ ਅੱਜ ਵੀ ਵਿਕ ਰਹੀ ਹੈ, ਹਾਲਾਂਕਿ ਕਿਸਾਨ ਨੂੰ ਮਾਰ ਇਹ ਦਵਾਈਆਂ ਤੋਂ ਹੀ ਪੈਂਦੀ ਹੈ। ਕਦੇ ਫਸਲਾਂ ਤੇ ਨਕਲੀ ਦਵਾਈ ਆਉਂਦੀ ਹੈ ਤੇ ਜਾਂ ਫਿਰ ਜੇ ਪਸ਼ੂਆਂ ਲਈ ਹੈ ਤੇ ਉਹ ਵੀ ਦਵਾਈ ਕਹਿੰਦੇ ਜਾਲੀ ਆ ਜਾਂ ਨਕਲੀ ਹੈ। ਗੌਰਮੈਂਟ ਆਫ ਇੰਡੀਆ ਦੀ ਜਿਹੜਾ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਆ, ਉਹਦੇ ਤਹਿਤ ਜਿਹੜੀ ਵੈਕਸੀਨੇਸ਼ਨ ਸਰਕਾਰ ਵੱਲੋਂ ਜਾਂ ਸਰਕਾਰ ਦੇ ਬਿਹਾਫ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਜਾਂ ਇੰਡੀਆ ਦੀ ਕਿਸੇ ਵੀ ਸਟੇਟ ਨੇ ਵੈਕਸੀਨ ਲਗਾਉਣੀ ਆ, ਉਹਨਾਂ ਨੇ ਤਾਂ ਉਹੀ ਵੈਕਸੀਨ ਲਗਾਉਣੀ ਹੈ ਜਿਹੜੀ ਗੌਰਮੈਂਟ ਆਫ ਇੰਡੀਆ ਤੋਂ ਰਿਕਮੈਂਡਡ ਹੈਗੀ ਆ ਜਾਂ ਜਿਹੜੀ ਗੌਰਮੈਂਟ ਆਫ ਇੰਡੀਆ ਪ੍ਰੋਵਾਈਡ ਕਰੇਗੀ। ਇਹ ਜ਼ਰੂਰ ਹੈ ਕਿ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਜਿਹੜੇ ਬਾਹਰ ਵਿਕਦੀ ਪਈ ਆ, ਉਸ ਤੋਂ ਬਾਅਦ ਵਾਲੇ ਅਗਲੇ ਬੈਚ ਪ੍ਰੋਡਕਸ਼ਨ ਤਾਂ ਉੱਥੇ ਬੰਦ ਨਹੀਂ ਹੋਈ ਹੋਣੀ, ਪਰ ਗੌਰਮੈਂਟ ਦਾ ਇੱਕ ਪ੍ਰੋਸੀਜਰ ਹੁੰਦਾ ਕਿ ਉਹਨਾਂ ਨੇ ਪਹਿਲਾਂ ਸਾਰੇ ਵੈਕਸੀਨ ਰਿਕਾਲ ਕੀਤੀ ਆ, ਡਿਸਟਰੋਏ ਕਰਵਾਈ ਆ, ਨਵੀਂ ਵੈਕਸੀਨ ਆ ਰਹੀ ਹੈ, ਪੂਰੇ ਇੰਡੀਆ 'ਚ ਇੱਕੋ ਵੇਲੇ ਹੀ ਉਹ ਸਾਰੀਆਂ ਸਟੇਟਾਂ ਨੂੰ ਸਪਲਾਈ ਹੋ ਜਾਣੀ ਆ। ਪਰ ਜਿਹੜਾ ਉਹ ਟਾਈਮ ਹੈ, ਜਿਹੜਾ ਉਹ ਉਹਦੇ ਵਿੱਚ ਕਮੀ ਹੈ, ਉਹਨੂੰ ਫਿਰ ਕਵਰ ਅਪ ਕਿਵੇਂ ਕੀਤਾ ਜਾਊਗਾ? ਨੁਕਸਾਨ ਤਾਂ ਹੁਣ ਹੁੰਦਾ ਪਿਆ। ਜਿਹੜਾ ਇਹਦਾ ਵਿੱਚ ਨੁਕਸਾਨ ਦੀ ਗੱਲ ਹੈਗੀ ਆ, ਫਾਰਮਰ ਬਹੁਤ ਸਿਆਣਾ ਵੀ ਹੈ, ਫਾਰਮਰ ਕਈਆਂ ਨੇ ਵੈਕਸੀਨ ਲੈ ਕੇ ਲਵਾਈ ਵੀ ਆ ਤੇ ਉਹਦੇ ਕੁਝ ਅਸਰ ਵੀ ਆਏ ਹੋਣਗੇ, ਪੋਜ਼ਿਟਿਵ ਅਸਰ ਵੀ ਆਏ ਹੋਣਗੇ, ਪਰ ਅਗੇਨ ਗੱਲ ਉੱਥੇ ਹੀ ਆਉਂਦੀ ਹੈਗੀ ਹੈ ਕਿ ਜਿਹੜਾ ਡਾਕਟਰ ਆ ਜਾਂ ਜਿਹੜਾ ਸਾਇੰਟਿਸਟ ਆ ਵਾਇਰਸ ਤੋਂ 4 ਕਦਮ ਪਿੱਛੇ ਹੀ ਚੱਲਦਾ। ਤੁਸੀਂ ਕਿਹੜੀ ਕਹਿੰਦੇ ਸਰ, ਜਿਹੜੇ ਸੈਂਪਲ ਫੇਲ ਹੋਏ ਉਹਨਾਂ ਦੀ ਗੱਲ ਕਰਦੇ? ਬਿਲਕੁਲ, ਸੈਂਪਲ ਫੇਲ ਵਾਲੀ ਤੁਸੀਂ ਕਹਿੰਦੇ ਪੋਜ਼ਿਟਿਵ ਰਿਜ਼ਲਟ ਆਏ ਹੋਣ? ਨਹੀਂ, ਜਿਹੜੀ ਤੁਸੀਂ ਆ ਮਾਰਕੀਟ ਦੀ ਗੱਲ ਕਰ ਰਹੇ ਹੋ ਨਾ, ਜਿਹੜੀ ਮਾਰਕੀਟ 'ਚੋਂ ਲੋਕੀ ਲੈ ਕੇ ਲਵਾ ਰਹੇ ਆ, ਮੈਂ ਉਹਦੀ ਗੱਲ ਕਰ ਰਿਹਾ ਇਸ ਵੇਲੇ। ਜ਼ਿੰਮੇਵਾਰੀ ਸਰਕਾਰ ਦੀ ਜ਼ਰੂਰ ਵੱਡੀ ਬਣਦੀ ਹੈ ਇੱਥੇ, ਬੇਸ਼ੱਕ ਉਹਨਾਂ ਦਾ ਕਹਿਣਾ ਆ ਕਿ ਇਸ ਟਾਈਮ ਜਿਹੜੀ ਕਿ ਦਵਾਈ ਹਜੇ ਆਉਣੀ ਹੈ, ਮਹੀਨੇ ਤੱਕ ਆਉਣੀ ਹੈ, ਪਰ ਉਹ ਮਹੀਨਾ ਪਤਾ ਨਹੀਂ ਕਦੋਂ ਖੋਣਾ ਆ। ਸੋ ਕੀ ਪੂਰਾ ਤਾਣਾ ਬਾਣਾ ਜੋ ਹੈ ਇਹਦੇ ਬਾਰੇ ਕੀ ਕਹਿਣਾ ਇਸ ਵਕਤ? ਮੇਰੇ ਸਮਝ ਤੋਂ ਬਾਹਰ ਆ ਜੀ ਗੱਲ। ਮੈਨੂੰ ਬੜਾ ਸੱਚੀ ਨਾ ਲਗਾ ਇਸ ਪੰਜਾਬ ਦੇ ਨਾਲ। ਮੈਂ 2005 ਦੇ ਵਿੱਚ ਕੈਨੇਡਾ ਚਲਾ ਗਿਆ ਸੀਗਾ, ਮੈਂ ਐਜ਼ ਏ ਕਬੱਡੀ ਕਮੈਂਟੇਟਰ ਵਿਚਰਦਾ ਜੀ ਫੀਲਡ ਦੇ ਵਿੱਚ, ਪਰ ਮੈਨੂੰ ਬਹੁਤ ਸ਼ੌਕ ਸੀ ਇਸ ਚੀਜ਼ ਦਾ। ਮੈਨੂੰ ਲੱਗਦਾ ਇਹ ਸ਼ੌਕ ਮੈਨੂੰ ਬਹੁਤ ਮਹਿੰਗਾ ਪੈ ਗਿਆ। ਸ਼ਾਇਦ ਮੈਂ 2005 ਦਾ ਉੱਥੇ ਆਪਦੇ ਆਪ ਨੂੰ ਕਿਤੇ ਫਿੱਟ ਕਰ ਲਿਆ ਹੁੰਦਾ ਤਾਂ ਅੱਜ ਇਹ ਨੌਬਤ ਮੈਨੂੰ ਨਾ ਦੇਖਣੀ। ਇਹੀ ਕਾਰਨ ਹੈ ਜਿਹੜੇ ਸਾਡੇ ਬੱਚੇ ਨੇ ਅੱਜ ਆਈਲੈਟਸ ਕਰਕੇ ਇੱਥੋਂ ਪੰਜਾਬ ਦੇ ਵਿੱਚੋਂ ਭੱਜ ਰਹੇ ਨੇ, ਸਰਕਾਰੀ ਤੰਤਰ ਕਰਕੇ। ਸਰਕਾਰੀ ਤੰਤਰ ਕਰਕੇ। ਤੁਸੀਂ ਕਿੰਨਾ ਖਰਚਾ ਤੁਹਾਡਾ ਸਾਰਾ ਆਇਆ ਸੀ? ਟੋਟਲ ਮੇਰਾ ਜੇ ਟੋਟਲ ਮੈਂ ਇਨਵੈਸਟਮੈਂਟ ਦੀ ਗੱਲ ਕਰਾਂ, 70-75 ਲੱਖ ਰੁਪਏ ਤੋਂ ਉੱਪਰ ਮੇਰਾ ਇੱਥੇ ਇਹ ਸਿਸਟਮ ਨੂੰ ਇੱਥੇ ਖੜਾ ਕਰਨ ਦੇ ਲਈ ਹੁਣ ਤੱਕ ਲੱਗਿਆ। ਪਰ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਤਰ੍ਹਾਂ ਦੀਆਂ ਨੌਬਤਾਂ ਪ੍ਰੋਬਲਮਾਂ ਜਿਹੜੀਆਂ ਕ੍ਰੀਏਟ ਹੋਣਗੀਆਂ, ਮੇਰਾ ਖਿਆਲ ਹੈ ਮੇਰੇ 2 ਬੇਟੀਆਂ, ਇੱਕ +2 ਕਰ ਰਹੀ ਹੈ, ਕਰ ਚੁੱਕੀ ਆ, ਇੱਕ +1 ਦੇ ਵਿੱਚ ਆ। ਉਹ ਕੱਲ੍ਹ ਵੀ ਮੇਰੇ ਨਾਲ ਲੜ ਰਹੀਆਂ ਸੀ ਵੀ ਡੈਡੀ ਨਹੀਂ, ਅਸੀਂ ਤੈਨੂੰ ਕਹਿੰਦੇ ਸੀ ਨਹੀਂ ਵੀ ਇੱਥੇ ਕੁਛ ਨਹੀਂ ਹੈਗਾ। ਮੈਂ ਹਲੇ ਵੀ ਇਹ ਬੱਚਿਆਂ ਦੇ ਕੋਲੋਂ ਇਹ ਨਹੀਂ ਸੁਣਨਾ ਚਾਹੁੰਦਾ ਮੇਰੇ ਪੰਜਾਬ ਲਈ ਵੀ ਮੇਰੇ ਪੰਜਾਬ ਦੇ ਬੱਚੇ ਇੱਦਾਂ ਇਸ ਚੀਜ਼ ਤੋਂ ਨਾਰਾਜ਼ ਹੋ ਕੇ ਬਾਹਰ ਜਾਣ। ਮੈਂ ਸਰਕਾਰ ਨੂੰ ਫਿਰ ਅਪੀਲ ਕਰਦਾ, ਸੋਚੋ ਕੁਛ ਪੰਜਾਬ ਬਾਰੇ। ਹਰ ਟਾਈਮ ਯਾਰ ਆਪਣੇ ਲਈ ਹੀ ਨਹੀਂ, ਹਰ ਟਾਈਮ ਦਫ਼ਤਰ ਦੇ ਵਿੱਚ ਬੈਠ ਕੇ ਕਲਮ ਹੀ ਨਹੀਂ, ਹਰ ਟਾਈਮ ਜਦੋਂ ਜਹਿਦ ਆ ਜਿਹੜੀ ਕੁਛ ਸੋਚੋ ਪੰਜਾਬ ਦੇ ਭਵਿੱਖ ਬਾਰੇ। ਮੇਰੇ ਨਾਲ ਅੱਜ ਹੋ ਗਿਆ, ਮੈਂ ਭੁਗਤ ਗਿਆ, ਕਿਸੇ ਨਾਲ ਹੋਰ ਹੁੰਦਾ ਉਹ ਹੈਪਨ ਹੁੰਦਾ ਹੈ, ਉਹਦੇ ਪਰਿਵਾਰ ਗਲ 'ਚ ਰੱਸੇ ਪਾ ਲੈਂਦੇ ਨੇ। ਅੱਜ ਪੰਜਾਬ ਦਾ ਕਿਸਾਨ ਬਦਨਾਮ ਹੋ ਰਿਹਾ ਕਿ ਉਹ ਗਲ 'ਚ ਰੱਸੇ ਪਾ ਕੇ ਮਰ ਜਾਂਦਾ ਹੈ। ਜਦੋਂ ਐਡੀ ਵੱਡੀ ਕੈਜੁਅਲਟੀ ਬੰਦੇ ਨਾਲ ਹੋਊਗੀ, ਉਦੋਂ ਤੱਕ ਬੰਦਾ ਕਿੱਦਾਂ ਕੀ ਸਬਰ ਕਰੇ ਜੀ? ਬੰਦਾ ਕੀ ਸਬਰ ਆ, ਕੀ ਜਵਾਬ ਆ ਮੈਨੂੰ ਹੁਣ ਤੱਕ ਵੀ ਤੇਰੀ ਅਸੀਂ ਕੀ ਹੈਲਪ ਕਰ ਰਹੇ ਹਾਂ, ਕੀ ਤੇਰੇ ਨਾਲ ਖੜੇ ਹਾਂ? ਕੀ ਮੁਆਵਜ਼ੇ ਮਿਲਦੇ ਨੇ? ਮੁਆਵਜ਼ਿਆਂ ਦੇ ਨਾਲ ਜਿਹੜਾ ਮਤਲਬ ਗੁਜ਼ਾਰਾ ਹੁੰਦਾ, ਮੁਆਵਜ਼ੇ ਨਾਲ ਭਰਪਾਈ ਹੁੰਦੀ ਹੈ? ਕਿੱਥੇ ਹੋ ਸਕਦੀ ਹੈ ਜੀ ਭਰਪਾਈ? ਉਹ ਤਾਂ ਇੱਕ ਇਹ ਹੁੰਦਾ ਆ ਵੀ ਅਸੀਂ ਤੈਨੂੰ ਸਹਾਰਾ ਦੇ ਰਹੇ ਹਾਂ, ਤੇਰੇ ਨਾਲ ਖੜ ਰਹੇ ਹਾਂ ਅਸੀਂ। ਕਿੱਥੋਂ ਭਰਪਾਈਆਂ ਹੁੰਦੀਆਂ ਨੇ ਜੀ ਐਡੇ ਵੱਡੇ ਕੰਮ ਜਦ ਫੇਲ ਹੋ ਜਾਣ? ਠੀਕ ਹੈ, ਮਜਬੂਰੀਆਂ ਹੋਣਗੀਆਂ ਡਾਇਰੈਕਟਰ ਸਾਹਿਬ ਦੀਆਂ, ਸਾਰੇ ਡਿਪਾਰਟਮੈਂਟ ਦੀਆਂ, ਪਰ ਮੈਂ ਇੱਕ ਵਾਰੀ ਫਿਰ ਰਿਕੁਐਸਟ ਕਰਦਾ ਵੀ ਜਿੰਨਾ ਵੀ ਹੋ ਸਕਦਾ ਪਲੀਜ਼, ਜੇ ਮੇਰੇ ਫਾਰਮ ਦੀ ਨਹੀਂ, ਮੇਰੇ ਪਿੰਡ ਦੇ ਵਿੱਚ ਜਿਹੜੀਆਂ ਕੈਜੁਅਲਟੀਆਂ ਹੋਈਆਂ ਨੇ ਉਹਨਾਂ ਦੀ ਵੀ ਕੋਈ ਹੈਲਪ ਕੀਤੀ ਜਾਵੇ। ਜੇ ਇਹਨਾਂ ਨੂੰ ਲੱਗਦਾ ਹੋਇਆ ਵੀ ਠੀਕ ਹੈ, ਗੁਰਪ੍ਰੀਤ ਇਹ ਗੱਲ ਕਹਿ ਰਿਹਾ ਵੀ ਠੀਕ ਹੈ, ਉਹ ਬਣਦਾ ਆ, ਤਾਂ ਹੱਕ ਦੇਣਾ ਚਾਹੀਦਾ ਆ। ਜੀ ਕਾਲੂ ਸਾਹਿਬ, ਤੁਹਾਡੇ ਤੋਂ ਜਵਾਬ ਲਵਾਂਗੇ ਇਸੇ ਸਵਾਲ ਦਾ। ਉਹ ਕਹਿੰਦੇ ਵੀ ਪਿੰਡ ਦੇ ਵਿੱਚ ਜੋ ਨੁਕਸਾਨ ਹੁੰਦਾ ਆ, ਘੱਟੋ ਘੱਟ ਉਹਦੀ ਭਰਪਾਈ ਹੋ ਜੇ, ਉਹਦਾ ਹੀ ਕਿਤੇ ਨਾ ਕਿਤੇ ਹੱਕ ਉਹ ਮਿਲ ਜੇ। ਪਸ਼ੂ ਪਾਲਣ ਵਿਭਾਗ ਜਿਹੜਾ ਇਹ ਵਚਨਬੱਧ ਹੈਗਾ ਪਸ਼ੂਆਂ ਨੂੰ ਟ੍ਰੀਟਮੈਂਟ ਦੇਣ ਵਾਸਤੇ, ਕਿਸਾਨ ਭਰਾਵਾਂ ਨੂੰ ਉਹਨਾਂ ਦਾ ਸਾਥ ਦੇਣ ਵਾਸਤੇ। ਜਿੱਥੋਂ ਤੱਕ ਗੱਲ ਹੈਗੀ ਆ ਮੁਆਵਜ਼ੇ ਦੀ ਜਾਂ ਭਰਪਾਈ ਦੀ, ਇਹ ਸਰਕਾਰ ਦੇ ਲੈਵਲ 'ਤੇ ਵਿਚਾਰਿਆ ਜਾਣ ਵਾਲਾ ਵਿਸ਼ਾ ਹੈ। ਠੀਕ ਹੈ ਜੀ, ਉਹਦੇ ਵਾਸਤੇ ਠੀਕ ਆ, ਅਸੀਂ ਹੁਣ ਜਿਹੜੀ ਹੈਗੀ ਇਨਫੋਰਮੇਸ਼ਨ ਹੈਗੀ ਆ ਸਰਕਾਰ ਤੱਕ ਅਸੀਂ ਪਹੁੰਚਾ ਦਾਂਗੇ ਤੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਉਹਦਾ ਕੀ ਕੀਤਾ ਜਾ ਸਕਦਾ।
ਸਮਾਂ ਦੇਖਾਂਗੇ ਹੁਣ ਕਦੋਂ ਆਉਂਦਾ ਆ। ਖੈਰ ਊਠ ਕਿਹੜੇ ਕਰਵਟ ਬੈਠਦਾ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਜਿਨ੍ਹਾਂ ਦਾ ਨੁਕਸਾਨ ਮੌਕੇ ਤੇ ਹੋਇਆ ਉਹਨਾਂ ਦੀਆਂ ਅੱਖਾਂ ਨਮ ਨੇ, ਕਿਉਂਕਿ ਲੱਖਾਂ ਰੁਪਏ ਲੱਗੇ ਤੇ ਲੱਖਾਂ ਦਾ ਨੁਕਸਾਨ ਹੈ ਤੇ ਪਤਾ ਨਹੀਂ ਭਰਪਾਈ ਕਦੋਂ ਹੁੰਦੀ ਹੈ। ਸਰਕਾਰੀ ਤੰਤਰ ਦੀ ਗੱਲ ਕਰ ਲਈਏ, ਸਰਕਾਰੀ ਤੰਤਰ ਕਾਰਵਾਈਆਂ ਦੀ ਗੱਲ ਕਰਦਾ ਹੈ, ਭਵਿੱਖ ਦੀ ਗੱਲ ਕਰਦਾ ਹੈ, ਤੇ ਉਹ ਭਵਿੱਖ ਦਾ ਨਤੀਜਾ ਕੀ ਹੈ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਸ਼ਰਦ ਕੁਮਾਰ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਬੇਰ ਕਲਾਂ।